ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਸੀਗੀਆਂ, ਲਾਰੈਂਸ ਤੋਂ ਮਰਵਾਵਾਂਗੇ। ਸਿੱਧੂ ਮੂਸੇਵਾਲੇ ਵਾਂਗ ਲਾਰੈਂਸ ਤੋਂ ਮਰਵਾ ਦਾਂਗੇ ਕਿ ਹਾਂ ਮੈਨੂੰ ਜੇ ਮਾਰਨਗੇ, ਠੀਕ ਹੈ, ਸਿੱਧੀ ਜੀ ਗੱਲ ਹੈ, ਮੈਨੂੰ ਤੇ ਮੌਤ ਤੋਂ ਡਰ ਨਹੀਂ ਲੱਗਦਾ। ਮੈਂ ਐਂਡ ਆਫ ਦਾ ਡੇ ਜੇ ਮੈਨੂੰ ਕੁਛ ਹੋ ਜਾਂਦਾ ਆ, ਉਹਦੀ ਰਿਸਪੌਂਸਿਬਿਲਿਟੀ ਤੁਹਾਡੀ ਸਰਕਾਰ ਹੋਊਗੀ। ਪੰਜਾਬ ਦੇ ਵਿੱਚ ਇੰਨੀਆਂ ਬਿਨਾਂ ਫਾਲਤੂ ਦੀਆਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਲੋਕਾਂ ਨੂੰ। ਕਾਹਦੇ ਵਾਸਤੇ ਸਿਕਿਉਰਟੀਆਂ ਦਿੱਤੀਆਂ? ਮੈਂ ਕਹਿੰਦੀ ਸਭ ਤੋਂ ਪਹਿਲਾਂ ਜਿਹੜੀ ਬਕਵਾਸ ਕਰਦੇ ਜੇ ਬੰਦਿਆਂ ਦੀਆਂ ਸਿਕਿਉਰਟੀਆਂ ਵਿਡਰਾਅ ਕਰ। ਤੁਹਾਡੀ ਇੰਡਸਟਰੀ ਦੇ ਕੋਲ ਹਰੇਕ ਸਿੰਗਰ ਕੋਲ ਸਿਕਿਉਰਿਟੀ ਕਿਤੇ ਇਹ ਹਾਲ ਹੋਇਆ ਪਿਆ ਜਿਹਦੇ ਇੱਕ ਸਿੰਗਲ ਟਰੈਕ ਚੱਲੇ ਜਾਂ ਦੋ ਸਿਕਿਉਰਿਟੀ ਨਾਲ ਦੋ ਗਨਮੈਨ ਲੈ ਕੇ ਤੁਰ ਜਾਂਦੇ। ਸਿਕਿਉਰਿਟੀ ਫੁਕਰਪੰਤੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਗੱਲ ਸਿਕਿਉਰਟੀਆਂ ਦੀ ਆੜ ਦੇ ਵਿੱਚ ਇਹ ਲੋਕੀ ਗਲਤ ਕੰਮ ਕਰਦੇ ਨੇ, ਨਸ਼ਾ ਵੇਚਦੇ ਨੇ। ਇਹ ਇੰਡਸਟਰੀ 'ਚ ਵੀ ਚੱਲਦਾ ਹੈ ਕੰਮ। ਮੈਂ ਕਹਿੰਦੀ ਜਿਹੜੇ ਨਸ਼ਿਆਂ ਦੇ ਉੱਤੇ ਵੀ ਗਾਣੇ ਗਾਉਂਦੇ ਆ ਨਾ, ਜਿਹੜੇ ਫੀਮ ਵਿਕਦੀ ਹੈ, ਡੱਬੀ ਚੋਂ ਫੀਮ, ਇਹ ਬਾਈਕਾਟ ਹੋਣੇ ਚਾਹੀਦੇ ਆ। ਜਿਹੜਾ ਇੱਕ ਸਰਪੰਚ ਨਹੀਂ ਕੰਮ ਕਰਾ ਸਕਦਾ, ਜਿਹੜਾ ਇੱਕ ਐਮਐਲਏ ਨਹੀਂ ਕੰਮ ਕਰਾ ਸਕਦਾ, ਉਹ ਮੈਂ ਕੰਮ ਕਰਾਉਣੀ ਪਈ ਆ। ਤੁਸੀਂ ਇਹਨਾਂ ਦੀ ਧੌਣ 'ਚ ਬੂਠਾ ਦੇ ਕੇ ਕੰਮ ਕਰਵਾ ਸਕਦੇ ਹੋ। ਅੱਜ ਪੰਜਾਬ ਦੇ ਜਿੰਨੇ ਸਰਪੰਚ ਮਤਲਬ ਇੰਨੇ ਬੇਸ਼ਰਮ ਲੋਕੀ, ਮੈਂ ਤੇ ਹੈਰਾਨ ਆ। ਤੁਸੀਂ ਇਹ ਸੋਚੋ ਵੀ ਆਂਗਨਵਾੜੀ ਵਰਕਰਸ ਵੀ ਕਈ ਪਿੰਡਾਂ ਦੇ ਸਰਪੰਚਾਂ ਨੇ ਪਿੰਡ ਦੀ ਸਫਾਈ ਵਾਸਤੇ ਨਹੀਂ ਲਾਏ ਹੋਏ, ਆਪਣੇ ਘਰਾਂ ਦੀਆਂ ਪਾਰਕਾਂ ਸਾਫ਼ ਕਰਨ ਵਾਸਤੇ ਲਾਏ ਹੋਏ ਨੇ। ਇਹ ਝੂਠੇ ਨੇ, ਚੋਰ ਨੇ। ਮੈਂ ਸਿੱਧੀ ਗੱਲ ਦੱਸਾਂ, ਇਹਨਾਂ ਦਾ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਗੀ ਪੰਜਾਬ ਦੇ ਨਾਲ, ਨਾ ਇਹਨਾਂ ਦੀ ਪੰਜਾਬ ਦੇ ਲੋਕਾਂ ਦੇ ਨਾਲ ਹੈਗੀ ਹੈ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਇੰਨਾ ਬੁਰਾ ਹਾਲ ਸਰਪੰਚ ਕਰਦੇ ਪਏ ਆ, ਪੈਸੇ ਖਾ ਲੈਂਦੇ ਨੇ। ਇਹਨਾਂ ਸਕੂਲਾਂ ਦੇ ਵਿੱਚ ਇੰਨਾ ਘਾਹ ਉੱਗਿਆ ਪਿਆ ਆ, ਬਟ ਆਪਣੇ ਗਾਰਡਨ ਦੀ ਮੇਨਟੇਨੈਂਸ ਪਹਿਲੋਂ ਰੱਖਦੇ ਨੇ। तो मैं कहनी ਇਹੋ ਜਿਹੇ ਕਰਪਟ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਨੂੰ ਐਰਕੀ ਨਹੀਂ ਅੱਗੇ ਰੱਖਣਾ ਚਾਹੀਦਾ। ਔਰ ਜਿਹੜੇ ਸਰਪੰਚ ਦੂਜੀਆਂ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਪਾਵਰ ਦੇ ਭੁੱਖੇ ਵੀ ਜੱਟ ਜ਼ਿਮੀਂਦਾਰ ਬੰਦਾ ਜਿਹਦੇ ਕੋਲ 10 ਏਕੜ ਜ਼ਮੀਨ ਹੈ ਨਾ, ਇੰਨੇ ਬੇਸ਼ਰਮ ਲੋਕੀ ਨੇ ਕਿ ਉਹ ਵੀ ਕਣਕ ਲੈਣ ਜਾਂਦੇ ਆ। ਕਣਕ ਕਿਹਦੇ ਵਾਸਤੇ ਹੈ? ਗਰੀਬਾਂ ਵਾਸਤੇ ਕਣਕ ਹੈ। ਗਰੀਬ ਬੰਦੇ ਨੂੰ ਕਣਕ ਨਹੀਂ ਮਿਲਦੀ ਪਈ, ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾਂਦਾ ਪਿਆ, ਉਹਨਾਂ ਦਾ ਨੀਲਾ ਕਾਰਡ ਨਹੀਂ ਬਣਿਆ। ਪਰ ਇਹ ਬੇਸ਼ਰਮ ਲੋਕੀ ਜਾ ਕੇ ਡੀਪੂ ਤੋਂ ਕਣਕ ਲੈ ਕੇ ਆਉਂਦੇ ਆ, ਆਪਣੀ ਡੰਗਰਾਂ ਨੂੰ ਵੀ ਕਣਕ ਖਵਾਉਂਦੇ ਆ। ਸਾਡੇ ਕਾਰਡ ਕਿਹਨੂੰ ਕਹਿਣੋ? ਇੱਕ ਕਰਪਟ ਸਰਪੰਚ ਨੂੰ ਕਹਿਣ ਜਿਹੜਾ ਆਲਰੇਡੀ ਕਣਕ ਖਾਂਦਾ ਪਿਆ, ਕਿਹਨੂੰ ਕਹਿਣੋ? ਪਿੰਡ ਦੇ ਵਿੱਚ ਜਿਹੜੇ ਉਹ ਬੈਂਚ ਹੁੰਦੇ ਆ, ਬਹਿਣ ਵਾਲੇ ਅੱਡੇ ਤੇ, ਉਹ ਵੀ ਆਪਣੇ ਘਰ ਲਾਏ ਹੋਏ ਨੇ। ਮਤਲਬ ਜਿਵੇਂ ਉਹਨਾਂ ਦੇ ਪਰਸਨਲ ਸਰਵੈਂਟਸ ਹੋਣ, ਉਹਨਾਂ ਦੀਆਂ ਤਨਖਾਹਾਂ ਡਿਫਰੈਂਟ ਅਕਾਊਂਟਸ ਵਿੱਚ ਪਾ ਕੇ ਖੁਦ ਕਢਵਾ ਕੇ ਖਾ ਲੈਂਦੇ ਨੇ। ਮੈਂ ਕਹਿੰਦੀ ਆ ਇੰਨਾ ਬੁਰਾ ਹਾਲ ਆ ਪਿੰਡ ਲੈਵਲ ਦੇ ਉੱਤੇ, ਇੰਨਾ ਤੋਂ ਜ਼ਿਆਦਾ ਬੁਰਾ ਹਾਲ ਆ। ਮੈਂ ਹੁਣ ਪਿੰਡ ਰਹਿਣਾ ਸ਼ੁਰੂ ਕੀਤਾ, ਮੇਰੇ ਕੋਲ ਆਉਂਦੇ ਨੇ, ਮੈਨੂੰ ਕਹਿੰਦੇ ਨੇ ਕਿ ਭੈਣ ਸਾਡਾ ਡਿਵੋਰਸ ਕਰਵਾ ਦਿਓ। ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਡਿਵੋਰਸ ਮੈਂ ਨਹੀਂ ਕਰਵਾ ਸਕਦੀ। ਮੈਂ ਇੱਕ ਵਾਰੀ ਫੋਨ ਕਰਾਂ, 2 ਵਾਰੀ ਫੋਨ ਕਰਾਂ, 3 ਵਾਰੀ ਫੋਨ ਕਰਾਂ, ਮੈਨੂੰ ਜੇ ਫੋਨ ਨਹੀਂ ਕੋਈ ਚੁੱਕਦਾ, ਮੈਂ ਸਿੱਧਾ ਭਗਵੰਤ ਮਾਨ ਨੂੰ ਮੈਸੇਜ ਕਰਦੀ ਹਾਂ। ਲੜਨਗੇ ਸੋਨੀਆ ਮਾਨ ਤੋਂ ਜੇ ਲੋਕੀ ਚਾਹਣ। ਕਿਹੜੀ ਪਾਰਟੀ ਤੋਂ? ਨਹੀਂ, ਪਾਰਟੀ ਪੂਟੀ ਦਾ ਨਹੀਂ ਮੈਟਰ ਕਰਦਾ। ਮੈਂ ਪੰਜਾਬ ਦੇ ਵਿੱਚ ਰੋਜ਼ਾਨਾ ਅਸੀਂ ਖਬਰਾਂ ਦੇਖਦੇ ਹਾਂ ਕਿ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨੌਜਵਾਨ ਜਿਹੜੇ ਨੇ ਨਸ਼ੇ ਦੇ ਨਾਲ ਮਰ ਰਹੇ ਨੇ। ਤਾਂ ਰੋਜ਼ਾਨਾ ਇੱਕ ਅੱਧੀ ਖਬਰ ਜਿਹੜੀ ਹੈ ਅਜਿਹੀ ਜ਼ਰੂਰ ਵੇਖਣ ਨੂੰ ਮਿਲਦੀ ਹੈ ਤੇ ਮਾਵਾਂ ਜਿਹੜੀਆਂ ਨੇ ਰੋ ਰਹੀਆਂ ਹੁੰਦੀਆਂ ਨੇ ਆਪਣੇ ਪੁੱਤ ਦੇ 70 ਦੇ ਉੱਪਰ। ਤਾਂ ਇਹ ਸਭ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਸਰਕਾਰਾਂ ਵੱਖੋ-ਵੱਖ ਦਾਅਵੇ ਕਰਦੀਆਂ, ਵਾਅਦੇ ਕਰਦੀਆਂ, ਪਰ ਉਹ ਕਿਤੇ ਨਾ ਕਿਤੇ ਅਧੂਰੇ ਰਹਿ ਜਾਂਦੇ ਜਦੋਂ ਅਜਿਹੀਆਂ ਖਬਰਾਂ ਸਾਨੂੰ ਰੋਜ਼ਾਨਾ ਦੇਖਣ ਨੂੰ ਮਿਲਦੀਆਂ। ਤਾਂ ਮੇਰੇ ਨਾਲ ਸੋਨੀਆ ਮਾਨ ਨੇ, ਜਿਨ੍ਹਾਂ ਨੇ ਮਾਈ ਭਾਗੋਂ ਜਿਹੜੀ ਚੈਰਿਟੀ ਸ਼ੁਰੂ ਕੀਤੀ ਗਈ ਹੈ, ਉਹ ਜਿਸ ਦੇ ਵਿੱਚ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਜਿਹੜੇ ਹੈ ਸਟੈਪ ਚੁੱਕੇ ਜਾ ਰਹੇ ਨੇ, ਰੀਹੈਬ ਸੈਂਟਰ ਬਣਾਏ ਜਾ ਰਹੇ ਨੇ ਔਰ ਹੋਰ ਵੱਖੋ-ਵੱਖਰੇ ਸੈਮੀਨਾਰ ਜਿਹੜੇ ਆ ਕਰਾਏ ਜਾ ਰਹੇ ਨੇ। ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਸ਼ੇ ਨੂੰ ਲੈ ਕੇ। ਸੋਨੀਆ ਮਾਨ ਜੀ, ਪਹਿਲਾਂ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਜਿਵੇਂ ਮੈਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਰੋਜ਼ਾਨਾ ਜਿਹੜੀ ਖਬਰ ਹੈ ਇੱਕ ਨਾ ਇੱਕ ਅੱਧੀ ਜ਼ਰੂਰ ਆਉਂਦੀ ਹੈ ਕਿ ਫਲਾਣੇ ਪਿੰਡ ਚਿੱਟੇ ਦੇ ਨਾਲ ਮਰ ਗਿਆ ਕੋਈ, ਜਾਂ ਫਲਾਣੇ ਪਿੰਡ ਕੋਈ ਨਸ਼ੀਲੀਆਂ ਗੋਲੀਆਂ ਦੇ ਨਾਲ ਮਰ ਗਿਆ। ਕੀ ਕਹੋਗੇ ਇਸ ਤੇ? ਵੇਖੋ ਜੀ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਹੈ। ਵੇਖੋ, ਜਿੱਥੇ ਕਿਤੇ ਗੋਲੀਆਂ ਫੜੀਆਂ ਜਾਂਦੀਆਂ ਨੇ, ਉਹਦਾ 188 ਦਾ ਪਰਚਾ ਕੱਟ ਕੇ ਮਤਲਬ ਇਮੀਡੀਏਟਲੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਮੈਨੂੰ ਲੱਗਦਾ ਵੀ ਗੋਲੀਆਂ ਜਿਹੜੀਆਂ ਆ ਉਹ ਵੀ ਇੱਕ ਕਾਜ਼ ਆਫ ਡੈਥ ਆ। ਐਕਸੈਸਿਵ ਜਿਹੜੀ ਟਰਾਮਾਡੋਲ ਗੋਲੀਆਂ ਜਿਹੜੀਆਂ ਖਾਂਦੇ ਨੇ, ਉਹਦੇ ਨਾਲ ਵੀ ਸਾਡੇ ਪਿੱਛੇ ਰਾਜਸਥਾਨੀ ਹਲਕੇ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਮੌਤ ਹੋ ਗਈ
ਖੂਨ ਦੀਆਂ ਉਹਨੂੰ ਉਲਟੀਆਂ ਆਈਆਂ ਸੀਗੀਆਂ, ਉਹ ਚਿੱਟਾ ਨਹੀਂ ਲਾਉਂਦਾ ਸੀਗਾ, ਉਹ ਗੋਲੀਆਂ ਨਾਲ ਮਰ ਗਿਆ। ਮੈਨੂੰ ਲੱਗਦਾ ਹੈ ਇਹਨੂੰ ਵੀ NDPS ਐਕਟ ਦੇ ਵਿੱਚ ਪਾਉਣਾ ਚਾਹੀਦਾ ਹੈ, ਗੋਲੀਆਂ ਨੂੰ ਵੀ, ਔਰ ਇਹਦੀ ਇਮੀਡੀਏਟਲੀ ਇਹਦੀ ਕੋਈ ਜ਼ਮਾਨਤ ਨਹੀਂ ਹੋਣੀ ਚਾਹੀਦੀ। ਪਿੰਡਾਂ ਵਾਲਿਆਂ ਦੇ ਵੀ ਕਾਫੀ ਜੋ ਗੱਲ ਕਰਦੇ ਉਹਨਾਂ ਦਾ ਵੀ ਇਹੀ ਸੋਲੂਸ਼ਨ, ਉਹ ਵੀ ਇਹੀ ਕਹਿੰਦੇ ਨੇ ਕਿ ਇਹਨੂੰ NDPS ਦੇ ਵਿੱਚ ਲੈ ਕੇ ਹਾਂ ਇਹਨੂੰ ਲੈ ਕੇ ਆਉਣਾ ਚਾਹੀਦਾ, ਬਿਕਾਜ਼ ਗੋਲੀਆਂ ਐਕਸੈਸਿਵ ਗੋਲੀਆਂ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਜਿਹੜੀਆਂ ਗੋਲੀਆਂ ਬੈਨ ਆ ਅੱਜ, ਜਿਵੇਂ ਟਰਾਮਾਡੋਲ ਬੈਨ ਆ, ਹੋਰ ਵੀ ਕਈ ਤਰੀਕੇ ਦੀਆਂ ਗੋਲੀਆਂ ਮੈਂ ਕਹਿੰਦੀ ਅੱਜ ਕੱਲ ਪਿੰਡਾਂ ਦੇ ਕਰਿਆਨੇ ਦੀਆਂ ਦੁਕਾਨਾਂ ਤੋਂ ਵੀ ਮਿਲਦੀਆਂ ਨੇ, ਔਰ ਮੈਡੀਕਲ ਸਟੋਰਸ ਤੋਂ ਵੀ ਮਿਲਦੇ ਨੇ, ਉਹਨਾਂ ਦੇ ਉੱਤੇ ਛਾਪੇ ਵੱਜਣੇ ਚਾਹੀਦੇ ਆ, ਉਹ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ, ਔਰ ਇਮੀਡੀਏਟਲੀ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਹੈ, ਨੌਨ ਬੇਲੇਬਲ, ਠੀਕ ਹੈ। ਐਂਡ ਦੂਜੀ ਗੱਲ ਜਿਹੜੀ ਅਸੀਂ ਕਮੇਟੀਆਂ ਬਣਾ ਰਹੇ ਹਾਂ ਮਾਈ ਭਾਗੋ ਚੈਰਿਟੀ ਵੱਲੋਂ, ਸੋ ਬੇਸਿਕਲੀ ਇਹ ਕਮੇਟੀਆਂ ਬਣਾਉਣ ਦੀ ਸਲਾਹ ਮੈਨੂੰ ਪਿੰਡ ਦੀਆਂ ਮਾਵਾਂ ਨੇ ਦਿੱਤੀ ਸੀ। ਅਸੀਂ ਪਿੱਛੇ ਸਿਹਤ ਮੇਲਾ ਕਰਵਾਇਆ ਸੀਗਾ 6 ਤਰੀਕ ਨੂੰ, ਜਿੱਥੇ ਸਿਹਤ ਮੇਲੇ ਦੇ ਵਿੱਚ ਅਸੀਂ ਕੈਂਸਰ ਦੇ ਫ੍ਰੀ ਟੈਸਟ ਕਰਵਾਏ ਸੀਗੇ, ਆਲ ਓਵਰ ਬੋਡੀ ਚੈੱਕਅਪ ਫ੍ਰੀ ਕਰਵਾਇਆ ਸੀਗਾ, ਅੱਖਾਂ ਦਾ ਟੈਸਟ ਸੀਗਾ। ਇਨਫੈਕਟ ਇਸ ਸਿਹਤ ਮੇਲੇ ਨੂੰ ਅਸੀਂ ਕੋਲੈਬੋਰੇਟ ਕੀਤਾ ਸੀਗਾ ਐਗਰੀਕਲਚਰ ਦੇ ਨਾਲ ਵੀ ਕੈਂਸਰ ਕਿਉਂ ਹੁੰਦੀ ਹੈ, ਕਿਉਂਕਿ ਕਿਤੇ ਨਾ ਕਿਤੇ ਕੈਂਸਰ ਜਿਹੜੀ ਹੈ ਉਹ ਐਗਰੀਕਲਚਰ ਨੂੰ ਰਿਲੇਟ ਕਰਦੀ ਹੈ। ਐਕਸੈਸਿਵ ਯੂਜ਼ ਆਫ ਯੂਰੀਆ ਜਾਂ ਗੰਦੇ ਪਾਣੀ ਦੇ ਨਾਲ ਕੈਂਸਰ ਹੁੰਦੀ ਹੈ। ਗੰਦੇ ਨਾਲੇ ਆ ਜਿਹੜੇ ਥੱਲੇ ਪੱਕੇ ਕਰਨੇ ਚਾਹੀਦੇ ਆ ਗਵਰਨਮੈਂਟ ਨੂੰ, ਉਹ ਥੱਲੇ ਪੱਕੇ ਨਹੀਂ ਆ, ਉੱਤੋਂ ਕਵਰ ਹੋਣੇ ਚਾਹੀਦੇ ਉਹਦੀ ਅਵਾਰਡ ਦੇ ਨਾਲ। ਜਿੱਥੇ ਕਿਤੇ ਗੰਦਾ ਨਾਲਾ ਸਾਡੇ ਅੰਮ੍ਰਿਤਸਰ ਹੈ, ਦੇਖੋ ਕਿੰਨਾ ਬੁਰੇ ਹਾਲਾਤ ਨੇ, ਲਾਗੇ ਜਾਗੇ AC ਖਰਾਬ ਹੋ ਜਾਂਦੇ ਆ 15-20 ਦਿਨਾਂ ਬਾਅਦ, ਮਤਲਬ ਇੰਨੀ ਗੰਦੀ ਉਬਾੜ ਹੈ ਉਹਦੀ, ਔਰ ਥੱਲੇ ਪਾਣੀ ਦਾ ਜਿਹੜਾ ਇਫੈਕਟ ਹੈ ਪਤਾ ਨਹੀਂ ਕਿੰਨੀ ਦੂਰ ਤੱਕ ਜਾ ਚੁੱਕਿਆ ਹੈ। ਸੋ ਕੈਂਸਰ ਦੇ ਨਾਲ ਮੇਰੇ ਘਰ ਦੇ ਵਿੱਚ ਖੁਦ ਮੇਰੀ ਤਾਇਆ ਜੀ ਦੀ ਬੇਟੀ ਦੀ ਡੈਥ ਹੋ ਗਈ, ਮੇਰੀ ਮਾਮੀ ਜੀ 4th ਸਟੇਜ ਤੇ ਚੱਲਦੇ ਪਏ ਆ। ਸੋ ਕੈਂਸਰ ਆਪਾਂ ਨੂੰ ਪਤਾ ਹੀ ਤੀਜੀ ਸਟੇਜ ਤੇ ਲੱਗਦੀ ਹੈ। ਸੋ ਵਰਲਡ ਕੈਂਸਰ ਕੇਅਰ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਨੇ, ਅਸੀਂ ਉਹਨਾਂ ਦਾ ਪੂਰਾ ਕੈਂਪ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਜਿਹੜਾ ਅਸੀਂ ਕਰਵਾਇਆ, ਨਾਲ ਐਗਰੀਕਲਚਰ ਮਿਨਿਸਟਰ ਆਏ ਸੀਗੇ, ਹੈਲਥ ਸਿਹਤ ਮੰਤਰੀ ਆਏ ਸੀਗੇ। ਸੋ ਜਿਹੜੀਆਂ ਇਹ ਗੱਲਾਂ ਮੈਂ ਪਿੰਡਾਂ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀਆਂ, ਮੈਨੂੰ ਉੱਥੇ ਕੁਛ ਮਾਵਾਂ ਮੇਰੇ ਕੋਲ ਰੋਂਦੀਆਂ ਹੋਈਆਂ ਵੀ ਆਈਆਂ ਵੀ ਸਾਡੇ ਬੱਚੇ ਜਿਹੜੇ ਆ ਉਹ ਡਰੱਗਸ ਚਿੱਟਾ ਲਾਉਂਦੇ ਨੇ, ਟੀਕੇ ਲਾਉਂਦੇ ਨੇ, ਪੁੱਤ ਉਹ ਛੁਡਵਾ ਦੇ ਕਿਸੇ ਤਰੀਕੇ ਦੇ ਨਾਲ। ਮੈਨੂੰ ਉਹਨਾਂ ਦੀ ਜਿਹੜੀ ਗੱਲ ਬੜੀ ਟੱਚ ਕੀਤੀ ਵੀ ਉਹ ਪੰਜਾਬ ਆ, ਮਤਲਬ ਪੰਜਾਬ ਦੇ ਹਾਲਾਤ ਅੱਜ ਉੜਤਾ ਪੰਜਾਬ ਵਰਗੇ ਲੱਗ ਰਹੇ ਆ। ਬੇਸਿਕਲੀ ਜਦੋਂ ਅਸੀਂ ਬੰਬੇ ਸੀਗੇ ਜਾਂ ਅਸੀਂ ਵੇਖਦੇ ਸੀਗੇ ਕਿ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣ ਰਹੀਆਂ ਨੇ, ਉਦੋਂ ਸਾਨੂੰ ਦੁੱਖ ਹੁੰਦਾ ਸੀਗਾ ਕਿ ਇਹ ਕਿਉਂ ਬਣ ਰਹੀਆਂ ਨੇ। ਬੇਸਿਕਲੀ ਜਿਹੜਾ ਰੀਹੈਬ ਦਾ ਕਨਸੈਪਟ ਹੈ, ਜੇ ਆਪਾਂ ਦੇਖੀਏ ਤਾਂ ਸਾਰਾ ਇਹ ਮਾਡਲ ਵੈਸਟ ਦਾ ਮਾਡਲ ਹੈ, ਕਿਉਂਕਿ ਆਪਣੇ ਪਹਿਲਾਂ ਤਾਂ ਇੰਨਾ ਕੁਛ ਹੀ ਨਹੀਂ ਸੀ, ਇੰਨੇ ਨਸ਼ੇ ਨਹੀਂ ਸੀ, ਕੁਛ ਨਹੀਂ ਸੀ, ਲੇਕਿਨ ਬਾਹਰ ਤਾਂ ਡਰੱਗ ਬਹੁਤ ਟਾਈਮ ਦਾ ਚੱਲਦਾ ਸੀ। ਜੇ ਕੋਕੀਨ ਵਗੈਰਾ ਆਪਾਂ ਦੇਖੀਏ ਨਾ, ਉੱਥੇ ਸ਼ੈਲਟਰ ਹਾਊਸ ਬਣਾ ਦਿੱਤੇ ਜਾਂਦੇ ਨੇ, ਸ਼ੈਲਟਰ ਹਾਊਸ, ਪਰ ਉੱਥੇ ਕਿਹਾ ਜਾਂਦਾ ਹੈ ਕਿ ਸ਼ੈਲਟਰ ਹਾਊਸ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਨਸ਼ਾ ਹੈਗਾ। ਵੇਖੋ ਪ੍ਰਾਈਵੇਟ ਸ਼ੈਲਟਰ ਹਾਊਸ ਦੇ ਵਿੱਚ ਨਸ਼ਾ ਹੋਊਗਾ, ਪਰ ਗਵਰਨਮੈਂਟ ਸ਼ੈਲਟਰ ਹਾਊਸ ਦੇ ਵਿੱਚ ਕੋਈ ਇਹੋ ਜਿਹਾ ਨਸ਼ਾ ਨਹੀਂ ਹੈਗਾ। ਉੱਥੇ ਗਵਰਨਮੈਂਟ ਡਾਕਟਰਸ ਨੇ, ਸਾਈਕੈਟਰਿਸਟ ਨੇ, ਉੱਥੇ ਇੱਕ ਪਾਰਟਿਕੂਲਰ ਦਵਾਈ ਦਿੱਤੀ ਜਾਂਦੀ ਹੈ, 5 ਦਿਨਾਂ ਬਾਅਦ ਉਹ ਵੀ ਦਵਾਈ ਬੰਦ ਕਰ ਦਿੱਤੀ ਜਾਂਦੀ ਹੈ, ਕਿਉਂਕਿ ਉਹ ਇੱਕ ਤੁਸੀਂ ਹਾਈ ਲੈਵਲ ਦਾ ਨਸ਼ਾ ਕਰਕੇ ਜਾਓਗੇ, ਉਹਨੂੰ ਛੁਡਾਉਣ ਵਾਸਤੇ ਕੋਈ ਦਵਾਈ ਦੇਣੀ ਪਊਗੀ। ਉਸ ਤੋਂ ਬਾਅਦ 10 ਦਿਨ ਦਾ ਕੋਰਸ ਪੂਰਾ ਕਰਕੇ ਜਦੋਂ ਉਹਨਾਂ ਦੀ ਬੋਡੀ ਡੀਟੌਕਸੀਫਾਈ ਕਰ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਭੇਜਿਆ ਜਾਂਦਾ ਹੈ ਰੀਹੈਬ 'ਚ, ਜਿੱਥੇ ਸਕਿੱਲ ਡਿਵੈਲਪਮੈਂਟ ਕੋਰਸਿਸ ਨੇ, ਜਿੱਥੇ ਡਿਫਰੈਂਟ ਤਰੀਕੇ ਦੇ ਉਹਨਾਂ ਨੂੰ ਕੰਪਿਊਟਰ ਕਲਾਸਿਸ ਦਿੱਤੀਆਂ ਜਾਂਦੀਆਂ, ਸੋ ਦੈਟ ਕਿ ਉਹਨਾਂ ਦਾ ਮਾਈਂਡ ਜਿਹੜਾ ਆ ਦੂਜੇ ਕਿੱਤੇ ਵਾਲੇ ਬੰਨੇ ਲੱਗੇ। ਬਟ ਇਹ ਸਾਰੀਆਂ ਚੀਜ਼ਾਂ ਵੇਖੋ, ਇਹ ਕੰਮ ਹੈਗੇ ਨੇ, ਮੈਂ ਤੁਹਾਨੂੰ ਇਹ ਗੱਲ ਦੱਸਾਂ, ਪੋਲੀਟੀਸ਼ੀਅਨਸ ਦੇ। Politics, actually what is politics? Politics is, ਅੱਜ ਦੀ ਜਿਹੜੀ politics ਹੈ ਨਾ, ਉਹ ਪੈਸਾ ਕਮਾਉਣ ਦੀ politics ਹੋ ਚੁੱਕੀ ਹੈ, ਬਿਜ਼ਨਸਮੈਨ ਦੀ politics ਹੋ ਚੁੱਕੀ ਆ, ਜਦ ਕਿ politics ਦਾ ਮਤਲਬ social work ਆ, ਸੋਸ਼ਲ ਵਰਕ ਆ। ਪਿੰਡ ਦਾ ਸਰਪੰਚ ਲੋਕਾਂ ਦੀ ਬੈਟਰਮੈਂਟ ਵਾਸਤੇ ਸੋਚਣਾ, ਸਰਪੰਚ ਦਾ ਕੀ ਕੰਮ ਆ, ਪਿੰਡ ਦੀ ਬੈਟਰਮੈਂਟ ਵਾਸਤੇ ਸੋਚਣਾ, MLA ਦਾ ਕੀ ਕੰਮ ਹੈ ਕਿ ਜਿਹੜੇ 150 ਪਿੰਡ ਜਾਂ 200 ਪਿੰਡ ਆਉਂਦਾ, ਉਹਦੀ ਸਾਰੀ ਦੀ ਬੈਟਰਮੈਂਟ ਵਾਸਤੇ ਸੋਚਣਾ। ਬਟ ਅੱਜ ਕੱਲ ਤੇ ਮੈਂ ਇਹ ਫੋਰਨ ਦੇ ਵਿੱਚ ਪੋਲਿਟਿਕਸ ਡਿਫਰੈਂਟ ਆ, ਬਟ ਆਪਣੇ ਇੱਥੇ ਪੋਲਿਟਿਕਸ ਡਿਫਰੈਂਟ ਆ। ਆਪਣੇ ਇੱਥੇ ਸਿਰਫ ਪੈਸਾ ਕਮਾਉਣ ਵਾਲੇ ਬੰਨੇ ਧਿਆਨ ਦਿੰਦੇ ਨੇ। ਆ ਡਰੱਗ ਲਿਆਂਦਾ ਕਿੰਨਾ ਨੇ ਆ, ਮੈਨੂੰ ਇਹ ਦੱਸੋ। ਡਰੱਗ ਵੀ ਤੇ ਇਹਨਾਂ ਲੋਕਾਂ ਨੇ ਲਿਆਂਦਾ। ਹੁਣ ਜਿਹੜੇ ਵੱਡੇ ਮਗਰਮੱਛ ਨੇ ਡਰੱਗ ਵੇਚਣ ਵਾਲੇ, ਉਹ ਪਹਿਲੋਂ ਅਕਾਲੀ ਦਲ ਚ ਹੁੰਦੇ ਸੀਗੇ, ਉਸ ਤੋਂ ਬਾਅਦ ਕਾਂਗਰਸ ਚ ਆ ਗਏ, ਉਸ ਤੋਂ ਬਾਅਦ ਫੰਡਿੰਗ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ। ਜਦੋਂ ਇੱਥੇ ਨਹੀਂ ਕੋਈ ਚੱਲਿਆ ਤੇ BJP ਵੱਲ ਨੂੰ ਤੁਰ ਪਏ। ਸੋ ਸਾਡੇ ਉੱਥੇ ਪਰ ਗੱਲ ਸਾਰੀ ਇੱਥੇ ਆਉਂਦੀ ਨਾ, ਲੋਕ ਕਹਿੰਦੇ ਨੇ ਕਿ ਠੀਕ ਹੈ ਨਸ਼ਾ ਕਰਨਾ ਬੰਦ ਕਰ ਦੇਣਗੇ ਲੋਕ, ਪਰ ਵੇਚਣ ਵਾਲੇ ਜਦੋਂ ਤੱਕ ਵੇਚੀ ਜਾਣਗੇ ਫਿਰ ਉਹ ਚੀਜ਼ ਨੂੰ ਖਾਊਗਾ ਤਾਂ ਕੋਈ ਹੈ ਨਾ। ਉਹ ਕਹਿੰਦੇ ਨੇ ਕਿ ਜਦੋਂ ਤੱਕ ਵਿਕਦਾ ਨਹੀਂ, ਇਹ ਰੁਕਦਾ ਨਹੀਂ, ਵਿਕਦਾ ਜਿਹੜਾ ਹੈਗਾ। ਕਿਉਂਕਿ ਪਹਿਲਾਂ ਦੇਖਿਆ ਆਪਾਂ ਵੱਖੋ ਵੱਖਰੇ ਲੀਡਰਾਂ ਦੇ ਵੱਲੋਂ ਸੌਹਾਂ ਖਾਧੀਆਂ ਗਈਆਂ, ਚਾਹੇ ਕਾਂਗਰਸ ਪਾਰਟੀ ਹੋਵੇ, ਅਕਾਲੀ ਦਲ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ। ਝੂਠੇ ਨੇ, ਚੋਰ ਨੇ, ਮੈਂ ਸਿੱਧੀ ਗੱਲ ਦੱਸਾਂ। ਇਹਨਾਂ ਦਾ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਹੈਗੀ ਪੰਜਾਬ ਦੇ ਨਾਲ, ਨਾ ਇਹਨਾਂ ਦੀ ਪੰਜਾਬ ਦੇ ਲੋਕਾਂ ਦੇ ਨਾਲ ਹੈਗੀ ਹੈ। ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਆਏ ਇਲੈਕਸ਼ਨ ਦੇ ਉੱਤੇ ਨਸ਼ੇ ਦਾ ਮੁੱਦਾ ਚੁੱਕ ਕੇ। ਨਸ਼ੇ ਦਾ ਇਹਨਾਂ ਲਈ ਇੱਕ ਪੋਲੀਟੀਕਲ ਮੁੱਦਾ ਆ, ਦਿਲੋਂ ਨਹੀਂ ਕਰਦੇ, ਉੱਤੋਂ ਉੱਤੋਂ ਕਰਦੇ ਨੇ। ਆਈ ਐਮ ਟੈਲਿੰਗ, ਇਹ ਸੱਚ ਆ।
ਠੀਕ ਹੈ। ਜੋ ਹਾਲਾਤ ਸਾਨੂੰ ਅੱਜ ਪਿੰਡਾਂ ਦੇ ਵਿੱਚ ਵੇਖਣ ਲਈ ਮਿਲਦੇ ਪਏ ਨੇ ਨਾ, ਉਹ ਇਹ ਸੱਚ ਹੈ। ਬਟ ਹਾਂ, ਤੁਸੀਂ ਇਹਨਾਂ ਦੀ ਧੌਣ 'ਚ ਬੂਠਾ ਦੇ ਕੇ ਕੰਮ ਕਰਵਾ ਸਕਦੇ ਹੋ ਜੇ ਤੁਸੀਂ ਸਾਹਮਣੇ ਅੱਗੇ ਆ ਕੇ ਚੱਲੋਗੇ ਤੇ। ਇਹ ਬਜਾਏ ਨਿਰਪੱਖ ਹੋ ਕੇ ਇਹ ਸੋਚ ਕੇ ਚੱਲਿਓ ਵੀ ਤੁਹਾਨੂੰ ਫਿਰ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ, ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਣਾ ਚਾਹੀਦਾ। ਤੁਸੀਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਹੋ ਚੰਗੇ ਕੰਮ ਕਰਨ ਵਾਸਤੇ, ਤੇ ਤੁਸੀਂ ਤੁਰੋ ਤੇ ਤੁਸੀਂ ਸੱਚ ਦੀ ਲੀਹ ਦੇ ਉੱਤੇ ਚੱਲਦੇ ਰਹੋ। ਪਰ ਮੈਂ ਸੱਚ ਦੀ ਲੀਹ ਦੇ ਉੱਤੇ ਇੱਕੋ ਗੱਲ ਦੱਸਣਾ ਚਾਹੁੰਦੀ ਹਾਂ, ਹਰ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਸੱਚ ਦੀ ਲੀਹ ਤੇ ਚੱਲਣਾ ਸ਼ੁਰੂ ਹੋ ਜੇ ਨਾ, ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥੇ ਟੇਕਦੇ ਜੋ ਨਾ, ਗੁਰੂ ਗ੍ਰੰਥ ਸਾਹਿਬ ਜੀ ਇੱਕ ਦਵਾਈ ਨੇ, ਜੇ ਤੁਸੀਂ ਉਹਨੂੰ ਖਾਓਗੇ ਨਹੀਂ, ਸਿਰਫ ਦਵਾਈ ਦੇ ਸਾਹਮਣੇ ਮੱਥਾ ਟੇਕੀ ਜਾਓਗੇ ਤਾਂ ਕੋਈ ਫਾਇਦਾ ਨਹੀਂ ਹੈਗਾ। ਸੋ ਅੱਜ ਕੱਲ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਇਹ ਕਲਯੁਗ ਚੱਲਣ ਡਿਆ, ਹਿਊਮੈਨਿਟੀ ਲੈਵਲ ਖਤਮ ਹੋ ਚੁੱਕਿਆ ਆ। ਸੋ ਇੱਕ ਪਿੰਡ ਦੇ ਵਿੱਚ ਇੱਕ ਚੰਗਾ ਇਨਸਾਨ ਪਿੰਡ ਨੂੰ ਬਦਲ ਸਕਦਾ ਹੈ, ਬਟ ਉਹਦੇ ਵਿੱਚ ਉਹ ਕੌਨਫੀਡੈਂਸ ਲੈਵਲ ਹੋਣਾ ਚਾਹੀਦਾ ਆ। ਵੇਖੋ ਸਾਨੂੰ ਡਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਬਹੁਤ ਗੱਲਾਂ ਕੀਤੀਆਂ। ਮੈਂ ਤੁਹਾਨੂੰ ਦੱਸਾਂ, ਮੈਨੂੰ ਇਹ ਚੀਜ਼ ਨੂੰ ਕਰਨ ਲੱਗਿਆ ਮੈਨੂੰ ਬਹੁਤ ਸਾਰੀ ਨਿਰਾਸ਼ਾ ਵੀ ਫੇਸ ਕਰਨੀ ਪਈ, ਮੈਨੂੰ ਬਹੁਤ ਸਾਰਾ ਮੇਰੇ ਚ ਕੌਨਫੀਡੈਂਸ ਲੈਵਲ ਵੀ ਘਟ ਹੋਇਆ, ਕਿਉਂਕਿ ਬੀਨ ਐਕਟਰ ਮੈਂ ਅੱਜ ਤੱਕ ਜਿਹਨੂੰ ਵੀ ਫੋਨ ਕੀਤਾ ਮੇਰਾ ਕਿਸੇ ਨੇ ਰਿਸਪੌਂਡ ਕੀਤਾ ਆ, ਮੈਂ ਜਿੰਨਾ ਵੀ ਗੱਲ ਕੀਤੀ ਹੈ, ਮੈਂ ਕਦੀ ਵੀ ਇਹ ਸਾਰੀਆਂ ਚੀਜ਼ਾਂ ਫੇਸ ਨਹੀਂ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ। ਮਤਲਬ ਮੈਨੂੰ ਕੋਈ ਪਰਸਨਲ ਕੰਮ ਹੀ ਨਹੀਂ ਪਿਆ ਅੱਜ ਤੱਕ, ਮੈਂ ਕਿਹੜਾ ਕੁਛ ਸਾਡਾ ਕੋਈ ਕੰਮ ਨਹੀਂ ਪੈਂਦਾ, ਕੰਮ ਪੈਂਦਾ ਲੋਕਾਂ ਦੇ ਰਿਲੇਟਡ। ਜੇ ਕਿਸੇ ਨੇ ਕਹਿਤਾ ਵੀ ਭੈਣ SH ਨੂੰ ਇਹ ਕਹਿ ਦੇ, ਭੈਣ ਸਾਡਾ ਇਹ ਕਰਵਾ ਦੇ, ਸੋ ਮੈਨੀ ਥਿੰਗਸ। ਹੁਣ ਪਿੰਡ ਜਾਈਦਾ ਆ, ਪਿੰਡ ਜਾ ਕੇ ਲੋਕੀ ਜਿਹੜੇ ਆ ਉਹ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ। ਮੈਂ ਸੋਚੋ ਪਿੰਡ ਹੁੰਨੀ ਆ, ਭੈਣ ਸਾਡਾ ਰਾਸ਼ਨ ਕਾਰਡ, ਮਤਲਬ ਸਾਡੇ ਰਾਸ਼ਨ ਕਾਰਡ ਕੱਟੇ ਗਏ, ਸਾਡੇ ਨੀਲੇ ਕਾਰਡ ਨਹੀਂ ਬਣਦੇ ਪਏ, ਭੈਣ ਸਾਨੂੰ ਕਣਕ ਨਹੀਂ ਮਿਲਦੀ ਪਈ। ਇੰਨਾ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ। ਇਹ ਮੈਂ ਨਸ਼ੇ ਤੋਂ ਇਲਾਵਾ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਪੰਜਾਬ ਦੇ ਪਿੰਡਾਂ ਦੇ ਵਿੱਚ ਅੱਜ ਪੰਜਾਬ ਦੇ ਜਿੰਨੇ ਸਰਪੰਚ, ਮੈਨੂੰ ਨਹੀਂ ਪਤਾ ਵੀ ਕਿਹੜੇ ਸਰਪੰਚ, ਬਟ ਹਰ ਇੱਕ ਪਿੰਡ ਦੇ ਵਿੱਚ ਇੰਨਾ ਬੁਰਾ ਹਾਲ ਹੈ ਵੀ ਜੱਟ ਜ਼ਿਮੀਂਦਾਰ ਬੰਦਾ ਜਿਹਦੇ ਕੋਲ 10 ਏਕੜ ਜ਼ਮੀਨ ਹੈ ਨਾ, ਇੰਨੇ ਬੇਸ਼ਰਮ ਲੋਕੀ ਨੇ ਕਿ ਉਹ ਵੀ ਕਣਕ ਲੈਣ ਜਾਂਦੇ ਆ। ਕਣਕ ਕਿਹਦੇ ਵਾਸਤੇ ਹੈ? ਗਰੀਬਾਂ ਵਾਸਤੇ ਕਣਕ ਹੈ। ਗਰੀਬ ਬੰਦੇ ਨੂੰ ਕਣਕ ਨਹੀਂ ਮਿਲਦੀ ਪਈ, ਉਹਨਾਂ ਦਾ ਰਾਸ਼ਨ ਕਾਰਡ ਕੱਟਿਆ ਜਾਂਦਾ ਪਿਆ, ਉਹਨਾਂ ਦਾ ਨੀਲਾ ਕਾਰਡ ਨਹੀਂ ਬਣਿਆ। ਪਰ ਇਹ ਬੇਸ਼ਰਮ ਲੋਕੀ ਜਾ ਕੇ ਡੀਪੂ ਤੋਂ ਕਣਕ ਲੈ ਕੇ ਆਉਂਦੇ ਆ, ਆਪਣੇ ਡੰਗਰਾਂ ਨੂੰ ਵੀ ਕਣਕ ਖਵਾਉਂਦੇ ਆ। ਇਹ ਡੀਪੂ ਵਾਲੇ ਜਿੰਨੇ ਆ ਕਣਕ ਉਹਨਾਂ ਵਿਚਾਰੇ ਨੂੰ ਦਿੰਦੇ ਹੀ ਨਹੀਂਗੇ। ਸੋ ਬੇਸਿਕਲੀ ਮੇਰਾ ਪੰਜਾਬ ਸਰਕਾਰ ਦੇ ਅੱਗੇ ਇਹ ਵੀ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਡੀਪੂ ਨੇ, ਪੁਰਾਣੇ ਡੀਪੂ ਜਿੰਨੇ ਵੀ ਜਿਨ੍ਹਾਂ ਦੇ ਕੋਲ ਹੈਗੇ ਨੇ, ਉਹਨਾਂ ਦਾ ਵੀ ਰਿਵਾਈਵਲ ਕੀਤਾ ਜਾਵੇ, ਪੁੱਛ ਪੜਤਾਲ ਕੀਤੀ ਜਾਵੇ, ਰਾਈਟ। ਐਂਡ ਜਿਹੜੀ ਵਿਚਾਰੇ ਗਰੀਬ ਨੇ ਪਿੰਡ ਦੇ ਵਿੱਚ, ਜਿਹੜੇ ਫੂਡ ਇੰਸਪੈਕਸ਼ਨ ਵਾਲੇ ਆਉਂਦੇ ਨੇ, ਉਹਨਾਂ ਨੂੰ ਬੇਸਿਕਲੀ ਮੈਂ ਆਪਣੇ ਪਿੰਡ ਦੇ ਵਿੱਚ ਤੇ ਕਰੂੰਗੀ, ਇਹ ਫੂਡ ਇੰਸਪੈਕਸ਼ਨ ਵਾਲੇ ਨੂੰ ਸੱਦ ਕੇ ਜਿਹੜੇ ਬੰਦੇ ਦੀ ਇੰਨੀ ਗੁੰਜਾਇਸ਼ ਨਹੀਂ ਹੈਗੀ ਉਹਨੂੰ ਕਣਕ ਮਿਲਣੀ ਚਾਹੀਦੀ ਹੈ, ਤੇ ਜਿਹੜੇ ਬੰਦੇ ਦੀ ਗੁੰਜਾਇਸ਼ ਹੈਗੀ ਹੈ ਉਹਨਾਂ ਦੇ ਸਾਰਿਆਂ ਦੇ ਕਾਰਡ ਕੱਟੇ ਜਾਣੇ ਚਾਹੀਦੇ ਆ। ਮਤਲਬ ਇੰਨੇ ਬੇਸ਼ਰਮ ਲੋਕੀ, ਮੈਂ ਤੇ ਹੈਰਾਨ ਆ। ਤੁਸੀਂ ਇਹ ਸੋਚੋ ਵੀ ਆਂਗਨਵਾੜੀ ਵਰਕਰਸ ਵੀ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਪਿੰਡ ਦੀ ਸਫਾਈ ਵਾਸਤੇ ਨਹੀਂ ਲਾਏ ਹੋਏ, ਆਪਣੇ ਘਰਾਂ ਦੀਆਂ ਪਾਰਕਾਂ ਸਾਫ਼ ਕਰਨ ਵਾਸਤੇ ਲਾਏ ਹੋਏ ਨੇ। ਪਿੰਡ ਦੇ ਵਿੱਚ ਜਿਹੜੇ ਉਹ ਬੈਂਚ ਹੁੰਦੇ ਆ, ਬਹਿਣ ਵਾਲੇ ਅੱਡੇ ਤੇ, ਉਹ ਵੀ ਆਪਣੇ ਘਰ ਲਾਏ ਹੋਏ ਨੇ। ਮਤਲਬ ਜਿਵੇਂ ਉਹਨਾਂ ਦੇ ਉਹ ਪਰਸਨਲ ਸਰਵੈਂਟਸ ਹੋਣ, ਉਹਨਾਂ ਦੀਆਂ ਤਨਖਾਹਾਂ ਡਿਫਰੈਂਟ ਅਕਾਊਂਟਸ ਵਿੱਚ ਪਾ ਕੇ ਖੁਦ ਕਢਵਾ ਕੇ ਖਾ ਲੈਂਦੇ ਨੇ, ਤੇ ਆਂਗਨਵਾੜੀ ਵਰਕਰਸ ਨੂੰ 200 ਰੁਪਇਆ 100 ਰੁਪਇਆ ਦਿਹਾੜੀ ਦੇ ਦਿੰਦੇ ਨੇ। ਸੋ ਮੈਨੀ ਥਿੰਗਸ। ਮੈਂ ਕਹਿੰਦੀ ਆ ਇੰਨਾ ਬੁਰਾ ਹਾਲ ਆ ਪਿੰਡ ਲੈਵਲ ਦੇ ਉੱਤੇ, ਇੰਨਾ ਕੁ ਜ਼ਿਆਦਾ ਬੁਰਾ ਹਾਲ ਆ। ਮੈਂ ਪ੍ਰੈਸ ਚੇਸ ਕਰਕੇ ਦੱਸਦੀ ਪਈ ਆ ਕਿ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਆਮ ਲੋਕਾਂ ਨੂੰ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ। ਆਮ ਲੋਕੀ ਸਾਡੇ ਇੰਨੇ ਭੋਲੇ ਨੇ, ਮਤਲਬ ਇੰਨੇ ਭੋਲੇ ਨੇ ਕਿ ਤੁਸੀਂ ਇਹ ਸੋਚੋ ਕਿ ਪਿੰਡ ਦੇ ਲੋਕੀ, ਮੈਂ ਹੁਣ ਪਿੰਡ ਰਹਿਣਾ ਸ਼ੁਰੂ ਕੀਤਾ, ਮੇਰੇ ਕੋਲ ਆਉਂਦੇ ਨੇ, ਮੈਨੂੰ ਕਹਿੰਦੇ ਨੇ ਕਿ ਭੈਣ ਸਾਡਾ ਡਿਵੋਰਸ ਕਰਵਾ ਦੇ। ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਡਿਵੋਰਸ ਮੈਂ ਨਹੀਂ ਕਰਵਾ ਸਕਦੀ ਜਾਂ ਸਰਪੰਚ ਨਹੀਂ ਕਰਵਾ ਸਕਦਾ। ਇਹ ਜਸਟ ਇਹ ਕੋਰਟ ਦੇ ਵਿੱਚ ਹੁੰਦਾ ਆ। ਤੁਸੀਂ ਕਹਿ ਰਹੇ ਹੋ ਕਿ ਲੋਕ ਤੁਹਾਡੇ ਕੋਲ ਸਮੱਸਿਆਵਾਂ ਲੈ ਕੇ ਆਉਂਦੇ ਨੇ ਕਿ ਆਹ ਕੰਮ ਕਰਾ ਦਿਓ, ਸਾਡੇ ਆਹ ਕੰਮ ਕਰਾ ਦਿਓ ਨਾ, ਤੇ ਜੇ ਕੱਲ ਲੋਕ ਕਹਿਣਗੇ ਕਿ ਸੋਨੀਆ ਮਾਨ ਤੁਸੀਂ ਇਲੈਕਸ਼ਨ ਵੀ ਲੜੋ ਜਾਂ ਚੋਣ ਲੜੋ, ਫਿਰ ਤੁਸੀਂ ਕਿਉਂ? ਦੇਖੋ ਬੇਸਿਕਲੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਲੜਨਗੇ ਸੋਨੀਆ ਮਾਨ ਚੋਣ? ਜੇ ਲੋਕੀ ਚਾਹਣਗੇ, ਮੈਂ ਚੋਣ ਉਹਨੂੰ ਬੰਦੇ ਨੂੰ ਲੜਨੀ ਚਾਹੀਦੀ ਆ ਜਿਹੜਾ ਕਿਹੜੀ ਪਾਰਟੀ ਤੋਂ? ਫਿਰ ਨਹੀਂ, ਪਾਰਟੀ ਪੂਟੀ ਤਾਂ ਨਹੀਂ ਮੈਟਰ ਕਰਦਾ। ਮੈਂ ਸਿੱਧੀ ਗੱਲ ਦੱਸਾਂ, ਆਪਾਂ ਮੁੱਦੇ ਤੋਂ ਨਾ ਭਟਕੀਏ, ਜਿਹੜੀ ਆਪਾਂ ਮੁੱਦੇ ਦੀ ਗੱਲ ਕਰਦੇ ਪਏ ਹਾਂ, ਠੀਕ ਹੈ। ਪਾਰਟੀ ਬਾਜੀ, ਕਿਉਂਕਿ ਇੱਕ ਹੋਰ ਮਤਲਬ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਇਕੱਠੇ ਹੋ ਕੇ ਕੀ ਹੋ ਸਕਦਾ ਕਿ ਇੱਕ ਕੋਈ ਅਲੱਗ ਫਰੰਟ ਖੜਾ ਹੋ ਸਕੇ, ਕਿਉਂਕਿ ਆਉਣ ਵਾਲੇ ਮੈਂ ਨਾ ਇਸ ਇੰਟਰਵਿਊ ਦੇ ਵਿੱਚ ਆਈ ਡੋਨਟ ਵਾਂਟ ਟੂ ਡਿਸਕਸ ਪੋਲਿਟਿਕਸ, ਆਈ ਡੋਨਟ ਵਾਂਟ ਟੂ ਡਿਸਕਸ ਕਿਹੜਾ ਧੜਾ ਆ ਕਿਹੜਾ ਨਹੀਂ ਹੈ। ਮੈਂ ਪੰਜਾਬ ਦੇ ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਪ੍ਰੋਬਲਮ ਆ ਉਹ ਮੈਂ, ਕਿਉਂਕਿ ਜਦੋਂ ਨੁਮਾਇੰਦੇ ਬਣੋਗੇ ਉਸ ਦੀ ਇੱਜ਼ਤ ਹੋਊਗੀ, ਤਾਂ ਉਸ ਤੋਂ ਬਾਅਦ ਇਹ ਡਿਸੀਜਨ ਤੁਸੀਂ ਆਪ ਡਿਸੀਜਨ ਮੇਕਰ ਬਣ ਸਕਦੇ ਹੋ ਨਾ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਡਿਸੀਜਨ ਮੇਕਿੰਗ ਬਣ ਸਕਦੇ ਹੋ, ਨਹੀਂ ਬਣ ਸਕਦੇ। ਮੈਂ ਰਾਈਟ ਨਾਓ ਮੈਂ ਕਿਸੇ ਪਾਰਟੀ 'ਚ ਨਹੀਂ ਆ, ਠੀਕ ਹੈ। ਮੈਂ ਇੱਕ ਚੈਰਿਟੀ ਵਰਕ ਕਰ ਰਹੀ ਹਾਂ, ਪਰ ਅੱਜ ਵੀ
ਮੇਰੇ 'ਚ ਇੰਨੀ ਹਿੰਮਤ ਹੈਗੀ ਆ ਹੂੰ ਕਿ ਮੈਂ ਕੰਮ ਕਰਾ ਸਕਾਂ ਹੂੰ ਤੇ ਮੈਂ ਕਰਾਉਣੀ ਪਈ ਆ। ਹੂੰ ਜਿਹੜਾ ਇੱਕ ਸਰਪੰਚ ਨਹੀਂ ਕੰਮ ਕਰਾ ਸਕਦਾ, ਜਿਹੜਾ ਇੱਕ ਐਮਐਲਏ ਨਹੀਂ ਕੰਮ ਕਰਾ ਸਕਦਾ, ਉਹ ਮੈਂ ਕੰਮ ਕਰਾਉਣੀ ਪਈ ਆ। ਉਹ ਕਿਉਂਕਿ ਮੇਰੇ 'ਚ ਵਾਹਿਗੁਰੂ ਨੇ ਉਨੀ ਹਿੰਮਤ ਦਿੱਤੀ ਆ, ਠੀਕ ਆ। ਮੈਨੂੰ ਬਸ ਨਿਰਾਸ਼ਾ ਇਸ ਗੱਲ ਦੀ ਹੋਈ ਕਿਉਂਕਿ ਅੱਜ ਤੱਕ ਮੈਂ ਉਹ ਸਾਰੀਆਂ ਚੀਜ਼ਾਂ ਫੇਸ ਨਹੀਂ ਕੀਤੀਆਂ ਸੀਗੀਆਂ। ਮੈਨੂੰ ਨਹੀਂ ਪਤਾ ਸੀਗਾ ਕਿ ਗਰਾਊਂਡ ਰਿਐਲਿਟੀ ਦੇ ਉੱਤੇ ਇੰਨਾ ਬੁਰਾ ਹਾਲ ਸਰਪੰਚ ਕਰਦੇ ਪਏ ਆ, ਪੈਸੇ ਖਾ ਲੈਂਦੇ ਨੇ। ਸਕੂਲਾਂ ਦੇ ਵਿੱਚ ਇੰਨਾ ਘਾਹ ਉੱਗਿਆ ਪਿਆ ਆ, ਬਟ ਆਪਣੇ ਗਾਰਡਨ ਦੀ ਮੇਨਟੇਨੈਂਸ ਪਹਿਲੋਂ ਰੱਖਦੇ ਨੇ, ਸਕੂਲਾਂ ਦੇ ਵਿੱਚ ਧਿਆਨ ਨਹੀਂ ਦਿੰਦੇ। ਤਾਂ ਮੈਂ ਕਹਿੰਦੀ ਇਹੋ ਜਿਹੇ ਕਰਪਟ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਨੂੰ ਐਰਕੀ ਨਹੀਂ ਅੱਗੇ ਰੱਖਣਾ ਚਾਹੀਦਾ। ਔਰ ਜਿਹੜੇ ਸਰਪੰਚ ਦੂਜੀਆਂ ਪਾਰਟੀਆਂ ਦੇ ਵਿੱਚੋਂ ਨਿਕਲ ਕੇ ਪਾਵਰ ਦੇ ਭੁੱਖੇ ਕਿ ਸਾਡੇ ਉੱਤੇ ਕੋਈ ਐਕਸ਼ਨ ਨਾ ਹੋਵੇ, ਇੱਧਰ ਆ ਗਿਆ ਨਾ, ਉਹ ਜਿਹੇ ਸਰਪੰਚਾਂ ਨੂੰ ਜੇ ਆਮ ਆਦਮੀ ਪਾਰਟੀ ਨੂੰ ਆਪਾਂ ਡੈਫੀਨੇਸ਼ਨ ਦਿੰਦੇ ਆ ਵੀ ਇਹ ਆਮ ਆਦਮੀ ਪਾਰਟੀ ਹੈ, then I believe so ਕਿ they should not get into those। ਤੁਸੀਂ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਬਾਕੀ see basically ਆਮ ਆਦਮੀ ਪਾਰਟੀ ਦੇ ਰਿਲੇਟਡ ਜੋ ਮੈਂ ਅੱਜ ਚੀਜ਼ਾਂ ਦੇਖੀਆਂ ਆ, ਮੈਂ ਸਿੰਪਲੀ ਮੇਰੇ ਅਕੋਰਡਿੰਗਲੀ ਮੈਂ ਤੁਹਾਨੂੰ ਦੱਸਣ ਲਈ ਆ, ਠੀਕ ਹੈ। ਜਿਹੜੇ ਅਫਸਰ ਫੋਨ ਨਹੀਂ ਚੱਕਦੇ, ਠੀਕ ਹੈ, ਮੈਂ ਤੁਹਾਨੂੰ ਅੱਗੇ ਵੀ ਕਿਹਾ ਬਿਨਾਂ ਐਕਟਰ ਮੈਨੂੰ ਆਦਤ ਨਹੀਂ ਹੈਗੀ ਕਿ ਕੋਈ ਮੇਰਾ ਫੋਨ ਨਾ ਚੁੱਕੇ। ਮੈਂ ਜਿਹਨੂੰ ਫੋਨ ਕੀਤਾ ਹਰ ਇੱਕ ਬੰਦੇ ਨੇ ਮੇਰਾ ਫੋਨ ਚੁੱਕਿਆ, ਭਾਵੇਂ ਉਹ ਮਿਨਿਸਟਰ ਹੋਵੇ, ਭਾਵੇਂ ਉਹ ਐਮਐਲਏ ਹੋਵੇ, ਭਾਵੇਂ ਜਿਹਨੇ ਮਰਜ਼ੀ ਹੋਵੇ। ਇੱਕ ਰਿਸਪੈਕਟ ਗੇਨ ਕੀਤੀ ਹੈ ਤੁਸੀਂ ਸੋਸਾਇਟੀ ਦੇ ਵਿੱਚ। ਮੈਂ ਆਪਣਾ ਪਰਸਨਲ ਕੰਮ ਅੱਜ ਤੱਕ ਨਹੀਂ ਕਿਸੇ ਨੂੰ ਕਿਹਾ। ਡੀਸੀ ਕੋਲੋਂ ਪੁੱਛਿਆ ਜਾਵੇ ਅੱਜ ਤੱਕ ਸੋਨੀਆ ਮਾਨ ਨੇ ਆਪਣਾ ਪਰਸਨਲ ਕੰਮ ਕਿਹਾ ਹੋਵੇ? ਨਹੀਂ, ਮੈਂ ਲੋਕਾਂ ਦਾ ਕੰਮ ਕਹਿੰਦੀ ਆ। ਐਸਐਸਪੀ ਨੂੰ ਜੇ ਮੈਂ ਫੋਨ ਕੀਤਾ, ਐਸਐਸਪੀ ਦਾ ਫਰਜ਼ ਬਣਦਾ ਹੈ ਰਿਸਪੌਂਡ ਬੈਕ ਕਰਨਾ। ਆਈ ਐਮ ਨਾਟ ਕਾਲਿੰਗ ਫॉर ਮਾਈ ਸੈਲਫ, ਮੈਨੂੰ ਕੋਈ ਮਸਲਾ ਨਹੀਂ ਹੈਗਾ ਆਪਣੇ ਰਿਲੇਟਡ। ਇਟਸ ਰਿਲੇਟਡ ਟੂ ਲੁੱਕੀ, ਠੀਕ ਹੈ, ਇਟਸ ਰਿਲੇਟਡ ਟੂ ਮਾਈ ਸੇਫਟੀ ਆਲਸੋ ਸਮਟਾਈਮ ਕਿ ਆਈ ਕਾਲ ਮਿਡ ਆਫ ਦ ਨਾਈਟ ਕਿ ਮੈਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ, ਬਿਕਾਜ਼ ਆਈ ਐਮ ਫੇਸਿੰਗ, ਮੈਂ ਸਾਰਿਆਂ ਦੇ ਸਾਹਮਣੇ ਹੋ ਕੇ ਚੱਲ ਰਹੀ ਹਾਂ, ਠੀਕ ਹੈ। ਇਟਸ ਅ ਗਵਰਨਮੈਂਟ ਰਿਸਪੌਂਸਿਬਿਲਿਟੀ। ਇਹ ਚੀਜ਼ ਮੈਂ ਇੱਕ ਵਾਰੀ ਫੋਨ ਕਰਾਂ, 2 ਵਾਰੀ ਫੋਨ ਕਰਾਂ, 3 ਵਾਰੀ ਫੋਨ ਕਰਾਂ, ਮੈਨੂੰ ਜੇ ਫੋਨ ਨਹੀਂ ਕੋਈ ਚੁੱਕਦਾ, ਮੈਂ ਸਿੱਧਾ ਭਗਵੰਤ ਮਾਨ ਨੂੰ ਮੈਸੇਜ ਕਰਦੀ ਹਾਂ ਕਿ these people are not responding me, ਠੀਕ ਹੈ। ਔਰ ਮੈਂ ਸਿੱਧਾ ਭਗਵੰਤ ਮਾਨ ਜੀ ਦੇ OSD ਨੂੰ ਫੋਨ ਕਰਕੇ ਕਹਿੰਦੀ ਆ ਕਿ ਵੇਖੋ ਜੀ, ਇਹ ਐਸਐਸਪੀ ਫੋਨ ਨਹੀਂ ਚੱਕ ਰਹੇ, ਇਹ ਡੀਸੀ ਫੋਨ ਨਹੀਂ ਚੱਕ ਰਹੇ, ਇਹ ਕੰਮ ਨਹੀਂ ਹੋਣ ਦੇ ਰਹੇ ਜਾਂ ਇਹ ਨਹੀਂ ਹੋਣ ਦੇ ਰਹੇ। ਬਾਅਦ ਚ ਆਇਆ ਤਾਂ ਫਿਰ ਐਸਐਸਪੀ ਦਾ ਕਾਲ ਕਿ ਤੁਸੀਂ ਫੋਨ ਕੀਤਾ। ਵੇਖੋ ਮੇਰੀ ਗੱਲ ਸੁਣੋ, ਜੇ ਕੋਈ ਕੰਮ ਨਹੀਂ ਕਰੂਗਾ, it's their responsibility, it's their work, they paid for that thing, I'm not paid for anything, ਮੈਨੂੰ ਕੋਈ ਤਨਖਾਹ ਨਹੀਂ ਮਿਲ ਰਹੀ, ਠੀਕ ਹੈ। I'm doing ਮੈਨੂੰ ਆਪਣੀ ਸੈਲਫ ਸੈਟੀਸਫੈਕਸ਼ਨ ਵਾਸਤੇ ਜਿੱਥੇ, ਠੀਕ ਹੈ। ਮੈਂ ਇੱਕ ਗੱਲ ਜ਼ਰੂਰ ਜਾਣਦੀ ਹਾਂ ਕਿ ਜੇ ਮੇਰਾ ਕੋਈ ਬੰਦਾ ਫੋਨ ਨਹੀਂ ਚੱਕਦਾ ਤੇ ਮੈਂ ਸਿੱਧਾ ਹਾਇਰ ਅਥਾਰਟੀ ਨੂੰ ਜਾ ਕੇ ਇਸ ਚੀਜ਼ ਦੀ ਕੰਪਲੇਂਟ ਕਰਾਂ ਕਿ if I'm doing something, if something happened to me end of the day, ਜੇ ਮੈਨੂੰ ਕੁਝ ਹੋ ਜਾਂਦਾ ਆ, ਉਹਦੀ ਰਿਸਪੌਂਸਿਬਿਲਿਟੀ ਤੁਹਾਡੀ ਸਰਕਾਰ ਹੋਊਗੀ, ਬਿਕਾਜ਼ ਉਹ ਕੋਆਰਡੀਨੇਟ ਕਰਦੇ ਨੇ। ਫਿਰ ਹਾਂ ਕਰਦੇ ਨੇ। ਮੈਂ ਤੁਹਾਨੂੰ ਦੱਸਾਂ, ਦੈਟਸ ਵਾਈ ਆਮ ਸੇਇੰਗ ਆਮ ਆਦਮੀ ਪਾਰਟੀ ਦੀ ਇਹ ਇੱਕ ਚੰਗੀ ਗੱਲ ਹੈ। ਅੱਜ ਇਟਸ ਈਜ਼ੀ, ਬਹੁਤ ਈਜ਼ੀ ਆ ਕਿ ਅਸੀਂ ਇੱਕ ਮਿਨਿਸਟਰ ਨੂੰ ਕੰਟੈਕਟ ਕਰ ਸਕਦੇ ਹਾਂ। ਇੱਕ ਈਜ਼ੀ ਚੀਜ਼ ਆ ਕਿ ਤੁਸੀਂ ਇੱਕ ਐਮਐਲਏ ਨੂੰ ਕੰਟੈਕਟ ਕਰ ਸਕਦੇ ਹੋ। ਈਜ਼ੀ ਚੀਜ਼ ਆ ਕਿ ਤੁਸੀਂ ਸੀਐਮ ਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਸਰਕਾਰਾਂ ਦੇ ਵਿੱਚ ਤੇ ਪਤਾ ਨਹੀਂ ਕਿੰਨੇ ਕੁ ਪੀਏ ਲਾ ਛੱਡੇ ਆ, ਪਤਾ ਹੀ ਨਹੀਂ ਕਿ ਕਿਹੜੇ ਪੀਏ ਦਾ ਫੋਨ ਤੁਸੀਂ ਗੱਲ ਕਰਵਾ ਸਕਦੇ ਹੋ ਕਿ ਕਿਹੜਾ ਨਹੀਂ। ਜਿਹੜੇ ਲੀਡਰ ਹੈ ਵੋਟਾਂ ਵਾਲੇ ਸਾਹਮਣੇ ਸ਼ਕਲ ਵਿਖਾਉਂਦੇ ਉਸ ਤੋਂ ਬਾਅਦ ਗਾਇਬ ਹੋ ਜਾਂਦੇ ਆ। ਬਟ ਫॉर ਦਿਸ ਗਵਰਨਮੈਂਟ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ, ਮੈਂ ਇਸ ਗਵਰਨਮੈਂਟ ਦੇ ਵਿੱਚ ਨਹੀਂ ਆ, ਬਟ ਇਸ ਗਵਰਨਮੈਂਟ ਦੀ ਮੈਨੂੰ ਇੱਕੋ ਗੱਲ ਚੰਗੀ ਲੱਗੀ ਹੈ ਕਿ ਮੈਂ ਅਪਰੋਚੇਬਲ ਨੇ। ਅੱਜ ਮੈਂ ਐਗਰੀਕਲਚਰ ਮਿਨਿਸਟਰ ਨਾਲ ਗੱਲ ਕਰਨੀ ਹੋਵੇ ਤੇ ਅਪਰੋਚੇਬਲ ਆ, ਹੈਲਥ ਮਿਨਿਸਟਰ ਨਾਲ ਗੱਲ ਕਰਨੀ ਹੋਵੇ ਤੇ ਅਪਰੋਚੇਬਲ ਆ, ਸੀਐਮ ਤੱਕ ਗੱਲ ਕਰਨੀ ਹੋਵੇ ਤੇ ਅਪਰੋਚੇਬਲ ਆ। ਮੈਂ ਉਹਨਾਂ ਦੇ OSD ਸਾਹਿਬ ਨੂੰ ਸਾਰੀਆਂ ਗੱਲਾਂ ਦੱਸ ਦਿੰਦੀ ਆ, ਮੈਂ ਉਹਨਾਂ ਦੇ ਫੋਨ ਤੇ ਸਾਰਾ ਕੁਝ ਭੇਜ ਦਿੰਦੀ ਆ, ਤਾਂ ਕਿ ਜਿਹੜਾ ਇੱਕ ਡਰ ਫੈਕਟਰ ਹੁੰਦਾ ਆ ਉਹ ਥੱਲੇ ਤੱਕ। ਪਹਿਲੋਂ ਤੇ ਨਾ ਲੋਕਾਂ ਦਾ ਅਪਰੋਚ ਹੀ ਨਹੀਂ ਹੈਗੀ। ਲੋਕੀ SHO ਮੁੰਸ਼ੀ ਤੋਂ ਉੱਤੇ ਉੱਠ ਕੇ SSP ਤੱਕ ਵੀ, DC ਤੱਕ ਵੀ ਅਪਰੋਚ ਨਹੀਂ ਕਰ ਪਾਉਂਦੇ ਵੀ ਸਾਡੀ ਇਹ ਪ੍ਰੋਬਲਮ ਆ। ਸਾਡੇ ਕਾਰਡ ਕਿਹਨੂੰ ਕਹਿਣੋ? ਇੱਕ ਕਰਪਟ ਸਰਪੰਚ ਨੂੰ ਕਹਿਣ ਜਿਹੜਾ ਆਲਰੇਡੀ ਕਣਕ ਖਾਂਦਾ ਪਿਆ, ਕਿਹਨੂੰ ਕਹਿਣੋ? ਵਿਚਾਰੇ ਕਿਹਨੂੰ ਦੱਸਣ? ਪਰ ਇੱਕ ਪਾਸੇ ਪਿੰਡਾਂ 'ਚ ਕਮੇਟੀਆਂ ਬਣ ਜਾਂਦੀਆਂ, ਨਸ਼ਾ ਛਡਾਊ ਸਭ ਕੁਝ ਹੋ ਜਾਂਦਾ, ਪਰ ਉਸ ਤੋਂ ਬਾਅਦ ਆਬਸਟੈਕਲਸ ਬਹੁਤ ਆਉਂਦੇ, ਹਰਡਲਸ ਆਉਂਦੀਆਂ। ਜਦੋਂ ਥ੍ਰੈਟ ਮਿਲਣੇ ਸ਼ੁਰੂ ਹੋ ਜਾਂਦੇ, ਪਿੱਛੇ ਤੁਹਾਨੂੰ ਯਾਦ ਹੋਊਗਾ 2 ਮੁੰਡੇ ਵੀ ਮਾਰਤੇ ਸੀਗੇ ਨਸ਼ਾ ਤਸਕਰਾਂ ਨੇ। ਵੇਖੋ ਮੈਨੂੰ ਜੇ ਮਾਰਨਗੇ, ਠੀਕ ਹੈ, ਸਿੱਧੀ ਜੀ ਗੱਲ ਹੈ, ਮੈਨੂੰ ਤੇ ਮੌਤ ਤੋਂ ਡਰ ਨਹੀਂ ਲੱਗਦਾ। ਮੈਂ ਇਸ ਚੀਜ਼ ਦਾ ਕੋਈ ਹੈਗਾ ਨਹੀਂ, ਵਾਹਿਗੁਰੂ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਹੈ। ਸਿੰਪਲ ਜੀ ਗੱਲ ਹੈ, ਮੇਰੇ ਸਵਾਸ ਉਹਨਾਂ ਦੇ ਹੱਥ 'ਚ ਆ, ਮੈਂ ਇਹ ਗੱਲਾਂ ਤੋਂ ਡਰਦੀ ਨਹੀਂ ਬਿਲਕੁਲ ਵੀ। ਬਟ ਹਾਂ, ਇਹ ਗੱਲ ਜ਼ਰੂਰ ਮੈਂ ਕਹਿੰਦੀ ਆ ਵੀ right now if I'm doing something good for society, government ਜਿਹੜੀ ਗਵਰਨਮੈਂਟ ਦਾ ਕੰਮ ਆ, being a government ਹੁੰਦੀ ਹੈ social work ਕਰਨ ਵਾਸਤੇ, social responsibility ਚੁੱਕਣ ਵਾਸਤੇ, they are responsible for that. If I'm calling mid of the night SSP should attend the call because he know that
ਮੈਂ ਇਸ ਚੀਜ਼ ਦੇ ਵਿੱਚ ਇਨਵੋਲਵ ਆ, ਮੈਂ ਸਾਰਾ ਕੁਝ ਕਰ ਰਹੀ ਹਾਂ। ਇਫ ਹੀ ਇਜ਼ ਨਾਟ ਅਟੈਂਡਿੰਗ ਮਾਈ ਕਾਲ, ਇਫ ਡੀਸੀ ਇਜ਼ ਨਾਟ ਅਟੈਂਡਿੰਗ ਮਾਈ ਕਾਲ, ਦੈਨ ਇਹ ਸਾਰੀਆਂ ਚੀਜ਼ਾਂ ਉਹਨਾਂ ਤੇ ਜਾਣੀਆਂ ਚਾਹੀਦੀਆਂ। ਕਦੇ ਹੋਇਆ ਤਾਂ ਨਹੀਂ ਕਿ ਕਿਸੇ ਦੀ ਕਾਲ ਆਈ ਥ੍ਰੈਟ ਵਗੈਰਾ ਜਾਂ ਕੁਝ? ਵੇਖੋ ਥ੍ਰੈਟ ਕਾਲਸ ਨਹੀਂ ਮੈਨੂੰ ਆਈਆਂ, ਬਸ ਇਹ ਜ਼ਰੂਰ ਹੈ ਵੀ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਉਹ ਗੱਡੀਆਂ ਗੁੱਡੀਆਂ ਦਾ ਜਾਂ ਫਿਰ ਪਿੰਡਾਂ ਦੇ ਵਿੱਚ ਕਿਸੇ ਬੰਦੇ ਨੇ ਸਾਡੇ ਪਿੰਡ ਦੇ ਚੱਕੀ ਵਾਲੇ ਨੂੰ ਇਹ ਗੱਲ ਕਹਿਤੀ ਵੀ ਉਹ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਸੀਗੀਆਂ, ਲਾਰੈਂਸ ਤੋਂ ਮਰਵਾਵਾਂਗੇ। ਇਹ ਛੋਟੀਆਂ ਮੋਟੀਆਂ ਗੱਲਾਂ ਇਹਦੀਆਂ ਤੇ ਮੈਨੂੰ ਇਸ ਗੱਲ ਦਾ ਕੋਈ ਨਹੀਂ ਹੈਗਾ। ਬਟ ਇਹ ਸਿੱਧੂ ਮੂਸੇਵਾਲੇ ਵਾਂਗ ਲਾਰੈਂਸ ਤੋਂ ਮਰਵਾ ਦਾਂਗੇ, ਹਾਂ ਇਹ ਬਕਾਇਦਾ ਗੱਲ ਕਹਿੰਦੇ ਨੇ। ਇਹ ਗੱਲ ਕੀਤੀ ਸਾਡੇ ਪਿੰਡ ਜਿਹੜੇ ਬੰਦੇ ਨੂੰ ਅਸੀਂ ਜਿਹਦੇ ਨਾਮ ਦਿੱਤੇ ਆ, ਉਹ ਚੱਕੀ ਵਾਲੇ ਨੂੰ ਜਾ ਕੇ ਇਹ ਗੱਲਾਂ ਦੱਸ ਰਿਹਾ ਸੀਗਾ। ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਵੀ ਐ ਕਹਿੰਦੇ ਆ। ਮੈਂ ਐਸਐਚਓ ਨੂੰ ਦੱਸੀ ਇਹ ਗੱਲ ਕਿ ਮੈਂ ਕਿਹਾ ਵੀ ਉਹ ਤੇ ਹੋਇਆ ਐਕਸ਼ਨ ਜੋ ਦੱਸ ਰਿਹਾ ਸੀ। ਹਾਂ ਉਹਨਾਂ ਦੇ ਉੱਤੇ ਐਕਸ਼ਨ ਕੀਤਾ ਐਸਐਚਓ ਨੇ। ਬਾਅਦ ਚੋਂ ਹੁਣ ਗਰੀਬ ਬੰਦੇ ਸੀਗੇ, ਕੀ ਬੰਦੇ ਨੂੰ ਕੀ ਕਹਿਣਾ ਤੇ ਕੀ ਨਹੀਂ ਕਹਿਣਾ। ਪਰ ਇਹ ਵੀ ਗੱਲ ਨਾ ਕਿ ਦੇਖੋ ਕਿੱਥੋਂ ਤੱਕ ਆਮ ਬੰਦੇ ਦੇ ਮਨ 'ਚ ਵੀ ਇਹ ਗੱਲ ਘਰ ਕਰ ਗਈ ਹੈ ਕਿ ਲਾਰੈਂਸ ਵਰਗਿਆਂ ਨਾਮ ਲੈਦਾ। ਇਹ ਵੀ ਇੱਕ ਮੈਂ ਤੇ ਇਸ ਗੱਲ ਨੂੰ ਹੈਰਾਨ ਆ ਵੀ ਉਹਦਾ ਪਿਓ ਰਿਕਸ਼ਾ ਚਲਾਉਂਦਾ ਹੈ, ਉਹਦਾ ਮੁੰਡਾ ਨਸ਼ਾ ਵੇਚਦਾ ਹੈ। ਜਿੱਦਾਂ ਦਾ ਉਹਦੇ ਮੁੰਡੇ ਦਾ ਨਾਮ ਦਿੱਤਾ ਉਦੋਂ ਉਹਦਾ ਪਿਓ ਇਹ ਗੱਲਾਂ ਕਹਿੰਦਾ ਪਿਆ ਆ। ਅੱਛਾ, ਮੁੰਡੇ ਦਾ ਪਿਓ ਕਹਿ ਰਿਹਾ। ਹਾਂ ਸੋਚੋ, ਕਿਉਂਕਿ ਉਹਨਾਂ ਦੇ ਘਰ ਆਮਦਨ ਆਣੀ ਬੰਦ ਹੋ ਗਈ ਤੇ ਉਦੋਂ ਦਾ ਉਹਨਾਂ ਦਾ ਮੁੰਡਾ ਘਰੋਂ ਭੱਜਿਆ ਹੋਇਆ ਆ, ਘਰ ਨਹੀਂ ਵਾਪਸ ਆਂਦਾ। ਜੇ ਘਰ ਆਊਗਾ ਤੇ ਪਿੰਡ ਵਾਲੇ ਦੱਸ ਦੇਣਗੇ, ਉਹ ਪੁਲਿਸ ਵਾਲੇ ਨੂੰ ਚੁੱਕ ਕੇ ਲੈ ਜਾਣਗੇ। ਸੋ ਬੇਸਿਕਲੀ ਮੇਰੀ ਤੇ ਇਨਡਾਇਰੈਕਟਲੀ ਚਲੋ ਦੁਸ਼ਮਣੀਆਂ ਜੋ ਵੀ ਹੋਣਡੀਆਂ ਆ, ਬਟ ਦ ਮੇਨ ਥਿੰਗ ਇਜ਼ ਦੈਟ ਇਫ ਸਮਬਡੀ ਇਜ਼ ਡੂਇੰਗ ਰਿਲੇਟਡ ਟੂ ਸੋਸਾਇਟੀ ਕੁਝ ਕਰਦੇ ਆ, ਤੇ ਮੈਨੂੰ ਇਹ ਲੱਗਾ ਹੈ ਵੀ ਇਹ ਗਵਰਨਮੈਂਟ ਦੇ ਵਿੱਚ ਈਜ਼ੀਲੀ ਅਪਰੋਚੇਬਲ ਹੈਗਾ ਆ ਫॉर ਬੀਇੰਗ ਐਨ ਜਿਵੇਂ ਆਰਟਿਸਟ। ਆਪਾਂ ਗੱਲ ਕਰ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਨਾ ਚੈਰਿਟੀ ਦੇ ਲਈ, ਲੋਕਾਂ ਦੇ ਲਈ, ਤੁਸੀਂ ਬੈਟਰਮੈਂਟ ਦੇ ਲਈ, ਜੋ ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜਿਹਦੇ ਲਈ ਠੀਕ ਹੈ ਬਹੁਤ ਪੋਲਿਟਿਕਸ ਹੁੰਦੀ ਹੈ, ਬਹੁਤ ਹਰੇਕ ਰਾਜਨੀਤੀ ਕਰਕੇ ਤੁਰੇ ਜਾਂਦਾ, ਪਰ ਉਹਦਾ ਕੋਈ ਹੱਲ ਨਹੀਂ ਨਿਕਲਦਾ। ਪਰ ਜਿਵੇਂ ਤੁਸੀਂ ਇਸ ਆਪਣੀ ਆਰਟਿਸਟ ਲਾਈਨ ਨੂੰ ਛੱਡ ਕੇ ਤੁਸੀਂ ਇੱਧਰਲੇ ਵੱਲ ਆਏ ਹੋ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਹੋਰ ਇੰਡਸਟਰੀ ਕਿੱਥੇ ਹੈ ਤੁਹਾਡੇ ਨਾਲ ਦੀ? ਕਿਉਂਕਿ ਕਿਹਾ ਤਾਂ ਇਹ ਵੀ ਕਿਹਾ ਜਾਂਦਾ ਕਿ ਇੰਡਸਟਰੀ ਦੇ ਵਿੱਚ ਬਹੁਤ ਨਸ਼ਾ ਹੈ। ਵੇਖੋ ਮੇਰੀ ਗੱਲ ਸੁਣੋ, ਆਈ ਡੋਨਟ ਵਾਂਟ ਟੂ ਡਿਸਕਸ ਅਬਾਊਟ ਇੰਡਸਟਰੀ ਚ ਕੀ ਨਸ਼ੇ ਦੀ ਗੱਲ, ਕਿਉਂਕਿ ਇੱਕ ਜੋ ਤੁਸੀਂ ਆਰਟਿਸਟ ਹੁੰਦੇ ਹੋ, ਤੁਸੀਂ ਲੋਕਾਂ ਦੇ ਇੱਕ ਮੈਂ ਕਹਿੰਦਾ ਕਿ ਆਈਕਨ ਬਣ ਜਾਂਦੇ ਹੋ। ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਆ, ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦੀ ਆ, ਰਾਈਟ, ਜੋ ਮੈਂ ਪ੍ਰੋਬਲਮਸ ਜੋ ਸਾਨੂੰ ਫੇਸ ਕਰਨੀ ਮਿਲਦੀਆਂ ਨੇ ਔਰ ਜੋ ਮੈਨੂੰ ਲੱਗਦਾ ਹੈ ਕਿ ਇਮਾਨਦਾਰ ਆਫੀਸਰ ਨੂੰ ਫੇਸ ਕਰਨ ਨੂੰ ਮਿਲਦੀਆਂ ਨੇ। ਹੁਣ ਜਿਵੇਂ ਸਾਡੀ ਐਸਐਚਓ ਸਾਹਿਬ ਆ, ਉਹਨਾਂ ਦੇ ਕੋਲ ਇੰਨਾ ਸਟਾਫ ਹੀ ਨਹੀਂ ਹੈਗਾ ਰਾਈਟ ਨਾਓ। ਉਹਨਾਂ ਨੇ ਰੇਡ ਕਰਨਾ ਹੈ, ਇੱਕ ਮੁੰਸ਼ੀ ਕੋਈ ਰੀਡਰ ਵੀ ਹੋਣਾ ਚਾਹੀਦਾ। ਸਾਡੇ ਪੰਜਾਬ ਦੇ ਵਿੱਚ ਇੰਨੀਆਂ ਬਿਨਾਂ ਫਾਲਤੂ ਦੀਆਂ ਸਿਕਿਉਰਿਟੀਆਂ ਦਿੱਤੀਆਂ ਹੋਈਆਂ ਲੋਕਾਂ ਨੂੰ। ਕਾਹਦੇ ਵਾਸਤੇ ਸਿਕਿਉਰਿਟੀਆਂ ਦਿੱਤੀਆਂ? ਮੈਂ ਕਹਿੰਦੀ ਸਭ ਤੋਂ ਪਹਿਲਾਂ ਜਿਹੜੀ ਬਕਵਾਸ ਕਰਦੇ, ਜਿਵੇਂ ਉਹ ਮੈਂ ਸ਼ੇਰ ਆਇਆ, ਇਹੋ ਜਿਹੇ ਬੰਦਿਆਂ ਦੀਆਂ ਸਿਕਿਉਰਿਟੀਆਂ ਵਿਡਰਾ ਕਰ। ਤੁਹਾਡੀ ਇੰਡਸਟਰੀ ਦੇ ਕੋਲ ਹਰੇਕ ਸਿੰਗਰ ਕੋਲ ਸਿਕਿਉਰਿਟੀ ਹੈ। ਸਿਕਿਉਰਿਟੀਆਂ ਮੇਰੀ ਗੱਲ ਸੁਣੋ, ਵੇਖੋ ਮੈਨੂੰ ਇਹ ਲੱਗਦਾ ਸਿਕਿਉਰਿਟੀ ਲੈਣ ਨੂੰ ਮੈਂ ਵੀ ਲੈਣਾ। ਅੱਜ ਆਪਾਂ ਸਿਕਿਉਰਿਟੀ ਕਿਉਂ ਨਹੀਂ ਲਈ? ਠੀਕ ਹੈ, ਕੋਈ ਲੋੜ ਨਹੀਂ ਹੈਗੀ ਸਿਕਿਉਰਿਟੀ ਦੀ। ਮੇਰੀ ਸਿਕਿਉਰਿਟੀ ਅਕਾਲਪੁਰ ਰੱਖਿਆ, ਉਸ ਤੋਂ ਉੱਤੇ ਨਹੀਂ। ਪਰ ਇੱਥੇ ਤੇ ਇਹ ਹਾਲ ਹੋਇਆ ਪਿਆ ਜਿਹਦੇ ਇੱਕ ਸਿੰਗਲ ਟਰੈਕ ਚੱਲ ਜਾਂਦਾ, ਉਹ ਸਿਕਿਉਰਿਟੀ ਨਾ ਦੋ ਗਨਮੈਨ ਲੈ ਕੇ ਤੁਰ ਜਾਂਦਾ। ਸਿਕਿਉਰਿਟੀ ਫੁਕਰਪੰਤੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਆਮ ਟੈਲਿੰਗ ਯੂ, ਪੁਲਿਸ ਦੀ ਤਨਖਾਹ ਪੁਲਿਸ ਦੇ ਕੋਲ ਜਾਂਦੀ ਪਈ ਆ ਪੁਲਿਸ ਦਾ ਕੰਮ ਕਰਨ ਵਾਸਤੇ, ਕਿਸੇ ਦੀ ਸਿਕਿਉਰਿਟੀ ਕਰਨ ਵਾਸਤੇ ਨਹੀਂ। ਤੁਸੀਂ ਜੇ ਅਫੋਰਡ ਕਰ ਸਕਦੇ ਹੋ, ਜੇ ਬੰਦੇ ਦੀ ਇਹ ਵੇਖਣੀ ਚਾਹੀਦੀ ਵੀ ਸੋਰਸ ਆਫ ਇਨਕਮ ਕੀ ਆ, ਉਹ ਸਿੰਗਰ ਦੀ ਸੋਰਸ ਆਫ ਇਨਕਮ ਕੀ ਆ, ਉਹ ਆਪਣੇ ਪੈਸੇ ਤੇ ਆਪਣੀ ਪਰਸਨਲ ਸਿਕਿਉਰਿਟੀ ਰੱਖ ਸਕਦਾ ਆ। ਬਾਉਂਸਰ ਮਿਲਦੇ ਨੇ, ਪੰਜਾਬ ਗਵਰਨਮੈਂਟ ਨੂੰ ਸਿਕਿਉਰਿਟੀਆਂ ਇਹਨਾਂ ਦੀਆਂ ਵਿਡਰਾ ਕਰਨੀਆਂ ਚਾਹੀਦੀਆਂ ਨੇ। ਔਰ ਖਾਸ ਕਰਕੇ ਜਿਹੜੇ ਬੰਦੇ ਬਕਵਾਸ ਕਰਦੇ ਆ ਨਾ, ਗੰਦੇ ਸ਼ਬਦ ਮੂੰਹ ਚੋਂ ਕੱਢਦੇ ਆ, ਜਿਵੇਂ ਉਹ ਸੂਰੀ ਸੀ, ਆਪਣੇ ਮੂੰਹ ਦੇ ਵਿੱਚੋਂ ਇਹੋ ਜਿਹੇ ਸ਼ਬਦ ਨਹੀਂ ਕੱਢਣੇ ਚਾਹੀਦੇ। ਜੇ ਮੈਂ ਅੱਜ ਬੋਲੀ ਜਾਵਾਂ, ਫਾਲਤੂ ਦੇ ਵਿੱਚ ਬੋਲੀ ਜਾਵਾਂ, ਮੈਂ ਕਿਸੇ ਨੂੰ ਗਾਲਾਂ ਕੱਢੀ ਜਾਵਾਂ, ਇਟ ਮੀਨਸ ਆਈ ਐਮ ਰੋਂਗ ਸਮਵੇਅਰ। ਆਈ ਨੀਡ, ਮੈਨੂੰ ਸਾਈਕੈਟ੍ਰਿਸਟ ਦੀ ਲੋੜ ਹੈ, ਕਿਤੇ ਨਾ ਕਿਤੇ ਮੈਨੂੰ ਡਾਕਟਰ ਦੀ ਲੋੜ ਹੈ। ਜਿਹੜੀ ਮੈਂ ਇੰਨੀ ਬਕਵਾਸ ਕਰ ਰਹੀ ਹਾਂ, ਰਾਈਟ, ਉਹਨੂੰ ਡਾਕਟਰ ਦੀ ਲੋੜ ਹੈ, ਨਾ ਕਿ ਸਿਕਿਉਰਿਟੀ ਦੀ ਲੋੜ ਹੈ। I believe so. ਉਹਨਾਂ ਨੂੰ ਡਾਕਟਰ ਅਪਾਇੰਟ ਸਾਈਕੈਟ੍ਰਿਸਟ ਦੇਣੇ ਚਾਹੀਦੇ ਆ, ਜਿਹੜੀ ਹੈ ਇੰਨਾ ਨਿਊਸੈਂਸ ਕ੍ਰੀਏਟ ਕਰਦੇ ਆ ਸੋਸਾਇਟੀ ਦੇ ਵਿੱਚ। ਉਹਨਾਂ ਨੂੰ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ। ਦੂਜੀ ਗੱਲ, ਸਿਕਿਉਰਿਟੀਆਂ ਦੀ ਆੜ ਦੇ ਵਿੱਚ ਇਹ ਲੋਕੀ ਗਲਤ ਕੰਮ ਕਰਦੇ ਨੇ, ਨਸ਼ਾ ਵੇਚਦੇ ਨੇ। ਠੀਕ ਹੈ, ਤੁਹਾਡੀ ਗੱਡੀ ਦੇ ਵਿੱਚ ਇੱਕ ਗਨਮੈਨ ਬੈਠਾ ਆ, ਤੁਸੀਂ ਤੁਹਾਡੀ ਗੱਡੀ ਨੂੰ ਕੌਣ ਰੋਕੂਗਾ? ਤੁਸੀਂ ਉਹਦੇ ਵਿੱਚ ਕਿੰਨੇ ਕਿਲੋ ਹੈਰੋਇਨ ਵੇਚ ਦਿੰਦੇ ਹੋ। ਇਹ ਇੰਡਸਟਰੀ 'ਚ ਵੀ ਚੱਲਦਾ ਹੈ ਕੰਮ। ਦੇਖੋ, ਆਈ ਡੋਨਟ ਨੋ ਇੰਡਸਟਰੀ ਚ ਚੱਲਦਾ ਨਹੀਂ ਚੱਲਦਾ। ਮੈਂ ਆਮ ਟਾਕਿੰਗ, ਕਿਉਂਕਿ ਕਿਹਾ ਜਾਂਦਾ ਹੈ ਕਿ ਇੰਡਸਟਰੀ ਵੀ ਇਹ ਗੱਲ, ਇਹ ਵੀ ਇੱਕ ਡਾਰਕ ਸਾਈਡ ਜਿਹੜੀ ਹੈਗੀ ਹੈ ਕਿ ਆਲ ਓਵਰ ਸੋਸਾਇਟੀ ਦੀ ਗੱਲ ਕਰ ਰਹੀ ਹਾਂ। ਇਟਸ ਅਬਾਊਟ ਆਲ ਓਵਰ ਸੋਸਾਇਟੀ। ਸਾਰੀ ਸੋਸਾਇਟੀ ਦੇ ਵਿੱਚ ਜੋ ਹੁੰਦਾ ਆ, ਠੀਕ ਹੈ, ਮੈਂ ਉਹ ਸਾਰਾ ਕੁਝ ਦੱਸ ਰਹੀ ਹਾਂ ਵੀ ਇੱਕ ਸਿਕਿਉਰਿਟੀ ਦੀ ਆੜ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰ ਰਿਹਾ ਆ। ਅੱਜ ਦੀ ਡੇਟ ਦੇ ਵਿੱਚ ਵੀ ਕਰ ਰਿਹਾ ਆ, ਬਹੁਤ ਸਾਰੇ ਪੁਲਿਸ ਵਾਲੇ ਵੀ ਕਰ ਰਹੇ ਨੇ, ਬਹੁਤ ਸਾਰੀਆਂ ਐਂਬੂਲੈਂਸ ਦੇ ਵਿੱਚ ਵੀ ਨਸ਼ਾ ਜਾਂਦਾ ਆ, ਬਹੁਤ ਸਭ ਕੁਝ ਹੋ ਰਿਹਾ ਆ। ਆਈ ਬਿਲੀਵ ਸੋ ਕਿ ਪਤਾ ਹੀ ਹੈ ਸਾਰਿਆਂ ਨੂੰ
ਇਹਨਾਂ ਦੇ ਉੱਤੇ ਐਕਸ਼ਨ ਪਰ ਆਇਆ ਕਿਸੇ ਤੁਹਾਨੂੰ ਇੰਡਸਟਰੀ ਦਾ ਫੋਨ ਕਿ ਮੈਂ ਤੁਹਾਡੇ ਨਾਲ ਆ, ਤੁਸੀਂ ਕਰੋ ਕੰਮ, ਕਿਉਂਕਿ ਤੁਸੀਂ ਇੱਕ ਵਧੀਆ ਮੰਨ ਲਓ ਸ਼ਲਾਘਾਯੋਗ ਕੰਮ ਕਰ ਰਹੇ ਹੋ ਤੇ ਨਾਲ ਸਾਨੂੰ ਖੜਨਾ ਚਾਹੀਦਾ। ਦੇਖੋ ਮੈਨੂੰ ਮੈਂ ਕਨਵਰ ਬਾਈ ਸਪੋਰਟ ਕਰਦੇ ਆ ਹਮੇਸ਼ਾ, ਉਹ ਸਿਹਤ ਮੇਲੇ ਤੇ ਵੀ ਆਏ ਸੀਗੇ, ਹਮੇਸ਼ਾ ਉਹ ਵਧੀਆ ਗੱਲਾਂ ਵੀ ਕਰਦੇ ਆ, ਸਮਾਜ ਨੂੰ ਵਧੀਆ ਗੱਲਾਂ ਮੈਸੇਜ ਵੀ ਦਿੰਦੇ ਆ, ਔਰ ਇਨਫੈਕਟ ਅਮਿਤ ਓਜਮਾਨ ਵਧੀਆ ਮੈਸੇਜ ਦਿੰਦੇ ਆ, ਉਹ ਵੀ ਉੱਥੇ ਇਨਕਰੇਜਿੰਗ ਕਰਨ ਵਾਸਤੇ ਆਏ ਸੀਗੇ। ਸੋ ਬੇਸਿਕਲੀ ਜਿਹੜੇ ਲੋਕੀ ਐਕਚੁਅਲ ਚ ਸੋਸਾਇਟੀ ਬਾਰੇ ਸੋਚਦੇ ਆ, ਅਸੀਂ ਤੇ ਮੁੱਦਾ ਰੱਖਦੇ ਆ, ਅਸੀਂ ਗੱਲ ਵੀ ਕਰਦੇ ਆ, ਠੀਕ ਹੈ, ਔਰ ਅਸੀਂ ਕਰਦੇ ਰਵਾਂਗੇ ਅੱਗੇ ਵੀ। ਬਟ ਮੇਰੀ ਬਾਈ ਨੂੰ ਇਹ ਵੀ ਰਿਕੁਐਸਟ ਹੈ ਵੀ ਪਲੀਜ਼ ਤੁਸੀਂ ਆ ਜਿਹੜੀ ਫਾਲਤੂ ਦੀਆਂ ਸਿਕਿਉਰਿਟੀਜ਼ ਆ ਨਾ, ਇਹਨਾਂ ਲੋਕਾਂ ਦੇ ਕੋਲੋਂ ਵਾਪਸ ਲੈ ਲੈਣੀਆਂ ਚਾਹੀਦੀਆਂ। ਉਹ ਪੁਲਿਸ ਦਾ ਕੰਮ ਜਿਹੜਾ ਨਾ, ਉਹ ਐਸਐਚਓ ਨੂੰ ਕਮ ਸੇ ਕਮ 10 ਬੰਦੇ ਹੋਰ ਦੋ, ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਕੰਮ ਕਰ ਸਕੇ। ਪੁਲਿਸ ਪਰ ਉਹ ਕਹਿੰਦੇ ਕਿ ਸਾਨੂੰ ਤਾਂ ਥ੍ਰੈਟ ਆਉਂਦੇ, ਅਸੀਂ ਤਾਂ ਸਿਕਿਉਰਿਟੀਆਂ ਲੈਂਦੇ ਆ ਦੂਜੇ ਪਾਸੇ। ਆਈ ਡੋਨਟ ਨੋ ਬੇਸਿਕਲੀ ਥ੍ਰੈਟ ਕਿਹੜੇ ਆਉਂਦੇ ਆ ਕਿਹੜੇ ਨਹੀਂ ਆਉਂਦੇ, ਠੀਕ ਹੈ। ਜੇ ਤੁਸੀਂ ਕਈ ਵਾਰ ਤਾਮਝਾਮ ਵਧਾਉਣ ਨੂੰ ਵੀ ਇਹ ਚੀਜ਼ਾਂ ਹੁੰਦੀਆਂ, ਸਟੇਟਸ ਸਿੰਬਲ ਵਾਲੀ ਆਪਾਂ ਦੇਖੋ, ਮੈਨੂੰ ਲੱਗਦਾ ਸਟੇਟਸ ਸਿੰਬਲ ਵਾਸਤੇ ਹੁੰਦਾ ਹੋਊਗਾ, ਲੋਕਾਂ ਨੂੰ ਲੱਗਦਾ। ਵੇਖੋ ਮੈਂ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਰੈੱਡ ਕਾਰਡ ਆ, ਮੈਂ ਟੈਰਰਿਸਟ ਵਿਕਟਮ ਆ, ਮੇਰੇ ਕੋਲ ਸਿਕਿਉਰਿਟੀ ਹੋਣੀ ਚਾਹੀਦੀ, ਮੈਂ ਨਹੀਂ ਲਈ, ਲੋੜ ਹੀ ਨਹੀਂ ਹੈਗੀ। ਅੱਜ ਜਿਹੜੇ ਕੰਮ ਦੇ ਵਿੱਚ ਮੈਂ ਤੁਰਦੀ ਪਈ ਆ, ਜੋ ਕੁਝ ਕਰ ਰਹੀ ਆ, ਮੇਰੇ ਕੋਲ ਸਿਕਿਉਰਿਟੀ ਹੋਣੀ ਚਾਹੀਦੀ, ਮੈਂ ਨਹੀਂ ਲਈ। ਮੈਨੂੰ ਗਵਰਨਮੈਂਟ ਕਹਿੰਦੀ ਆ, ਮੈਂ ਨਹੀਂ ਲਈ, ਲੋੜ ਹੀ ਨਹੀਂ ਹੈਗੀ ਯਾਰ। ਉਹ ਸਿਕਿਉਰਿਟੀ ਤੁਸੀਂ ਉਹਨੂੰ ਐਸਐਚਓ ਨੂੰ 10 ਸਿਕਿਉਰਿਟੀ ਵਾਲੇ ਹੋਰ ਦੇ ਦਿਓ, ਤਾਂ ਕਿ ਉਹ ਵਿਚਾਰਾ ਆਪਣੇ ਚੱਜ ਨਾਲ ਕੰਮ ਕਰ ਸਕੇ। ਆਈ ਡੋਨਟ ਨੋ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਵੀ ਸਾਡੇ ਹੋਮ ਮਿਨਿਸਟਰ ਸੀਐਮ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਹੈ। ਔਰ ਆਖਰੀ ਸਵਾਲ ਹੈ ਕਿ ਇੰਡਸਟਰੀ ਨੂੰ ਲੈ ਕੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਇੰਡਸਟਰੀ ਬਾਰੇ ਵੀ ਬਹੁਤ ਕਿਹਾ ਜਾਂਦਾ ਹੈ ਕਿ ਹਾਂ ਜਿਵੇਂ ਹਰੇਕ ਚੀਜ਼ ਦੀ ਬਲੈਕ ਵਾਈਟ ਜਿਹੜੀਆਂ ਚੀਜ਼ਾਂ ਹੁੰਦੀਆਂ, ਡਾਰਕ ਸਾਈਡ ਹੁੰਦੀ ਹੈ, ਤਾਂ ਉਸ ਹਿਸਾਬ ਦੇ ਨਾਲ ਕਿਹਾ ਜਾਂਦਾ ਕਿ ਇਹ ਵੀ ਬਹੁਤ ਬਦਨਾਮ ਹੈ ਇੰਡਸਟਰੀ ਵੀ। ਤੇ ਜਿਵੇਂ ਤੁਸੀਂ ਹੁਣ ਕੰਮ ਕਰ ਰਹੇ ਹੋ ਤਾਂ ਹੋਰ, ਕਿਉਂਕਿ ਬਾਕੀ ਇੰਸਟਾਗ੍ਰਾਮ ਦੇ ਉੱਪਰ ਲਾਈਵ ਹੋ ਕੇ ਕਹਿ ਦੇਣਾ, ਆਈਕਨ ਬਣ ਜਾਣਾ, ਯੂਥ ਦਾ ਆਈਕਨ ਜਿਹੜੇ ਹੁੰਦੇ ਨੇ, ਫਿਰ ਯੂਥ ਉਹਨਾਂ ਤੋਂ ਕੁਛ ਨਾ ਕੁਛ ਤਾਂ ਸਿੱਖਦਾ ਹੈ ਨਾ, ਇੰਪੈਕਟ ਤਾਂ ਪੈਂਦਾ ਉਹਨਾਂ ਦਾ। ਸੋ ਨੰਬਰ 1 ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ, ਪਹਿਲੋਂ ਬਹੁਤ ਵਧੀਆ ਸਰਕਾਰ ਨੇ ਇੱਕ ਸਟੈਪ ਲਿਆ ਸੀਗਾ ਕਿ ਜਿਹੜੇ ਨਸ਼ਿਆਂ ਦੇ ਉੱਤੇ ਜਿਹੜੇ ਗਾਣੇ ਗਾਉਂਦੇ ਸੀ, ਹਥਿਆਰਾਂ ਦੇ ਉੱਤੇ ਜਿਹੜੇ ਗਾਣੇ ਗਾਉਂਦੇ ਸੀ, ਕਿ ਉਹਨਾਂ ਦੇ ਪਰਚਾ ਹੁੰਦਾ ਸੀਗਾ। ਮੈਂ ਕਹਿੰਦੀ ਜਿਹੜੇ ਨਸ਼ਿਆਂ ਦੇ ਉੱਤੇ ਵੀ ਗਾਣੇ ਗਾਉਂਦੇ ਆ ਨਾ, ਜਿਹੜੇ ਫੀਮ ਵਿਕਦੀ ਹੈ, ਡੱਬੀ ਚੋਂ ਫੀਮ, ਉਸ ਤੋਂ ਬਾਅਦ ਬਹੁਤ ਸਾਰੇ ਨਾਗਣੀ ਵਗੈਰਾ, ਬਹੁਤ ਸਾਰੇ ਹੋਰ ਇਹ ਜਿਹੜੇ ਗਾਣੇ ਆ ਨਾ, ਮੈਂ ਕਹਿੰਦੀ ਆ ਵੀ ਇਹ ਬਾਈਕਾਟ ਹੋਣੇ ਚਾਹੀਦੇ ਆ, ਠੀਕ ਹੈ। ਪੰਜਾਬ ਬਾਈ ਨੂੰ ਇਹਦੇ ਤੇ ਮੈਂ ਜਦ ਕੀ ਕਹਿੰਦੀ ਆ ਵੀ ਫੀਮ ਜਿਹੜੀ ਹੈ ਉਹ ਇੰਨੀ ਜ਼ਿਆਦਾ ਇਫੈਕਟਿਵ ਨਹੀਂ ਹੈਗੀ ਹੈਲਥ ਵਾਸਤੇ, ਨਹੀਂ ਹੈਗੀ ਫੀਮ, ਪਰ ਉਹਦੀ ਖੇਤੀ ਦੀ ਗੱਲ ਵੀ ਚੱਲਦੀ ਹੈ, ਉਹਦੀ ਖੇਤੀ ਹੋਣੀ ਚਾਹੀਦੀ, ਉਹਦੀ ਖੇਤੀ ਲੀਗਲ ਹੋਣੀ ਚਾਹੀਦੀ ਹੈ ਆਪਣੇ ਪੰਜਾਬ ਦੇ ਵਿੱਚ, ਉਹਦੇ ਨਾਲ ਚਿੱਟਾ ਖਤਮ ਹੋਊਗਾ। ਬੇਸਿਕਲੀ ਵੇਖੋ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਲਾਇਸੈਂਸ ਤੇ ਫੀਮ ਮਿਲਦੀ ਹੁੰਦੀ ਸੀਗੀ, ਦੈਟਸ ਅ ਗੁੱਡ ਕਾਜ਼। ਬਟ ਦ ਥਿੰਗ ਇਜ਼ ਦੈਟ ਕਿ ਜਦੋਂ ਤੁਸੀਂ ਇਸ ਚੀਜ਼ ਨੂੰ ਗਾਣਿਆਂ ਦੇ ਵਿੱਚ ਹਾਈਲਾਈਟ ਕਰਦੇ ਹੋ ਨਾ, ਜਿਹੜੇ ਛੋਟੇ ਪ੍ਰਮੋਟ ਕਰਦੇ ਹੋ, ਜੋ ਛੋਟੇ ਛੋਟੇ ਬੱਚੇ ਆ ਨਾ, 10ਵੀਂ 9ਵੀਂ ਕਲਾਸ ਦੇ ਬੱਚੇ, ਉਹ ਫਲੌਂਟ ਕਰਦੇ ਆ ਉਸ ਚੀਜ਼ ਨੂੰ, ਉਹ ਡੱਬੀ ਲੈ ਕੇ ਚਾਂਦੀ ਦੇ ਵਿੱਚ ਰੀਲਾਂ ਬਣਾਉਂਦਾ, ਅੱਜ ਕੱਲ ਤਾਂ ਕਰੇਜ਼ ਚੱਲ ਪਿਆ। ਦੈਟਸ ਵਾਟ। ਸੋ ਇਹ ਨਹੀਂ ਹੋਣਾ ਚਾਹੀਦਾ, ਇਹ ਆਪਣਾ ਕਲਚਰ ਨਹੀਂ ਹੈਗਾ। ਆਪਣਾ ਕਲਚਰ ਮੈਂ ਕਹਿੰਦੀ ਹਾਂ ਕਿਤੇ ਨਾ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਆ, ਨੈਟਫਲਿਕਸ ਦੇ ਉੱਤੇ ਉਹ ਵਿਖਾਉਣਾ ਚਾਹੀਦਾ ਆ। ਅੱਜ ਅਸੀਂ ਨੈਟਫਲਿਕਸ ਤੇ ਕਰਾਊਨ ਵੇਖ ਸਕਦੇ ਹਾਂ ਜਾ ਕੇ, ਇੰਗਲੈਂਡ ਦੀ ਰਾਣੀ ਬਾਰੇ ਆਪਾਂ ਸਾਰਾ ਕੁਝ ਵੇਖ ਸਕਦੇ ਹਾਂ। ਬਟ ਸਾਡੇ ਇਤਿਹਾਸ, ਆਪਣੀ ਹਿਸਟਰੀ, ਇੰਨਾ ਵੱਡਾ ਰਿਚ ਹਿਸਟਰੀ ਰਹੀ ਆ, ਉਹਦੇ ਬਾਰੇ ਕੁਝ ਵੀ ਨਹੀਂ ਹੈਗਾ। ਆਪਾਂ ਨੂੰ ਉਹੋ ਜਿਹੀਆਂ ਫਿਲਮਾਂ ਲਿਆਉਣੀਆਂ ਚਾਹੀਦੀਆਂ ਤਾਂ ਕਿ ਆਪਣੀ ਜਿਹੜੇ ਯੂਥ ਨੂੰ, ਆਪਣੀ ਜਨਰੇਸ਼ਨ ਨੂੰ ਉਹਨਾਂ ਬਾਰੇ ਪਤਾ ਲੱਗ ਸਕੇ, ਠੀਕ ਹੈ। ਇਸ ਲਾਈਨ 'ਚ ਹੈ ਨਸ਼ਾ, ਸਿੰਗਿੰਗ ਲਾਈਨ 'ਚ ਜੇ ਆਪਾਂ ਗੱਲ ਕਰਦੇ ਹਾਂ ਪੰਜਾਬੀ 뮤직 ਇੰਡਸਟਰੀ? ਮੈਨੂੰ ਨਹੀਂ ਪਤਾ, ਆਮ ਟੈਲਿੰਗ ਯੂ, ਮੈਨੂੰ ਨਹੀਂ ਪਤਾ। ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਤੇ ਮੈਂ ਉਸ ਚੀਜ਼ ਦੇ ਉੱਤੇ ਕੀ ਬੋਲਾਂ ਵੀ ਨਸ਼ਾ ਹੈ ਨਹੀਂ ਹੈ, ਬਿਕਾਜ਼ ਮੈਨੂੰ ਕਾਫੀ ਟਾਈਮ, ਮੈਨੂੰ ਲੱਗਦਾ ਲਗਭਗ ਮੈਨੂੰ 2.5-3 ਸਾਲ ਹੋ ਗਏ ਮੈਂ ਕੰਮ ਨਹੀਂ ਕੀਤਾ। ਆਮ ਨਾਟ ਇਨ ਟੱਚ, ਮੈਂ ਕਿਸੇ ਨਾਲ ਇਨ ਟੱਚ ਨਹੀਂ ਆ। ਮੇਰਾ ਜ਼ਿਆਦਾਤਰ ਟਾਈਮ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਰਹਿੰਦਾ, ਔਰ ਪਿੰਡ ਜਿੱਥੇ ਲੋਕਾਂ 'ਚ ਰਹਿੰਦਾ, ਜਿੱਥੇ ਲੋਕਾਂ ਦੀ ਜਿਹੜੀ ਗੱਲ ਆ ਉਹ ਮੈਂ ਤੁਹਾਡੀ ਮੀਡੀਆ ਸਾਹਮਣੇ ਰੱਖੀ ਹੈ। ਜੋ ਅੱਜ ਪੰਜਾਬ ਦੀ ਜਿਹੜੀ ਥੱਲੇ ਲੋਕੀ ਜੋ ਸਫਰ ਕਰ ਰਹੇ ਨੇ, ਵੇਖੋ ਉਹ ਲੋਕੀ ਕਿਹਦੇ ਕੋਲ ਜਾਣ ਨਾ, ਉਹ ਸਰਪੰਚਾਂ ਕੋਲ ਜਾਂਦੇ ਆ, ਉਹ ਕਰਪਟ ਆ, ਉਹ ਕਣਕ ਖਾ ਜਾਂਦੇ ਨੇ, ਠੀਕ ਆ, ਉਹ ਪੈਸੇ ਨਹੀਂ ਦਿੰਦੇ, ਗਾਲਾਂ ਕੱਢ ਕੇ ਉਹਨਾਂ ਨੂੰ ਭਜਾ ਦਿੰਦੇ ਨੇ। ਸੋ ਬੇਸਿਕਲੀ ਉਹ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ, ਉਹ ਮੈਂ ਤੁਹਾਡੀ ਮੀਡੀਆ ਦੇ ਅੱਗੇ ਰੱਖ ਰਹੀ ਹਾਂ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਕਾਰਡਾਂ ਦੀਆਂ, ਰਾਸ਼ਨ ਕਾਰਡਾਂ ਦੀਆਂ, ਨੀਲੇ ਕਾਰਡਾਂ ਦੀਆਂ, ਉਹਨਾਂ ਵਿਚਾਰਿਆਂ ਦੀਆਂ ਜਿਹੜੀਆਂ ਦਿੱਕਤਾਂ ਨੇ, ਮੇਨ ਕਾਮਨ ਪ੍ਰੋਬਲਮਸ ਨੇ, ਉਹ ਦੂਰ ਹੋਣੀਆਂ ਚਾਹੀਦੀਆਂ ਨੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤਾਂ ਸਨ ਸੋਨੀਆ ਮਾਨ, ਜੋ ਕਿ ਪੰਜਾਬ ਦੇ ਸਭ ਤੋਂ ਅਹਿਮ ਮੁੱਦਾ ਜੋ ਕਿ ਅੱਜ ਦੇ ਟਾਈਮ 'ਚ ਹੈ ਨਸ਼ਾ ਚਾਹੇ ਕੋਈ ਵੀ ਤਰ੍ਹਾਂ ਦਾ ਹੋਵੇ, ਪਰ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਅੱਜ ਕੱਲ੍ਹ ਨਸ਼ਾ ਕਰਕੇ ਮਾਰ ਰਹੇ ਨੇ, ਰੋਜ਼ ਮੌਤ ਦੀਆਂ ਖਬਰਾਂ ਆ ਰਹੀਆਂ, ਤਾਂ ਉਹਨਾਂ ਨੂੰ ਲੈ ਕੇ ਲਗਾਤਾਰ ਸਵਾਲ ਚੁੱਕਦੇ ਵੀ ਰਹੇ ਨੇ ਲੋਕ ਤੇ ਚੁੱਕ ਵੀ ਰਹੇ ਨੇ, ਪਰ ਇਹਨਾਂ ਦਾ ਹੱਲ ਕੀ ਹੋਵੇ ਉਹ ਸਭ ਤੇ ਸਾਡੀ ਵਿਚਾਰ ਚਰਚਾ ਸੀ। ਤਾਂ ਇਸ ਨੂੰ ਲੈ ਕੇ ਹੁਣ ਨਸ਼ੇ ਨੂੰ ਲੈ ਕੇ ਤਾਂ ਲਗਾਤਾਰ ਸਰਕਾਰ ਜੋ ਵੀ ਫੈਸਲਾ ਲਏਗੀ, ਤਾਂ ਦਾਅਵੇ ਹਾਲਾਂਕਿ ਹਰੇਕ ਸਰਕਾਰ ਕਰਦੀ ਹੈ, ਪਰ ਹਜੇ ਤੱਕ ਜਿਹੜਾ ਗਰਾਊਂਡ ਰਿਐਲਿਟੀ ਕਿਤੇ ਨਾ ਕਿਤੇ ਉਹ ਜਿਹੀ ਨਹੀਂ ਆ।
ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਮਨਦੀਪ ਜੋਤ, ਚੰਡੀਗੜ੍ਹ।